ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਵੀਬੀ ਵੀਜ਼ਾ ਕੰਸਲਟੈਂਟ ਤੋਂ ਅਮਿਤ ਬੁੰਦੇਲਾ ਜੀ। फस्ट ऑफ ऑल मैनू ये दस दो कि हुण इनटेक किहड़े अवेलेबल तुहाडे? फिलहाल तो सैप्टेंबर इनटेक भी अवेलेबल है। मोस्टली स्टूडेंट्स हूँ जो जैन इनटेक लिए प्रैफर कर रहे हैं और ईवन कि मई का इनटेक भी ओपन हो चुका है। सो बिल्कुल 100% रिजल्ट आएगा। पिछले 4 इनटेक तो SDS कैटेगरी के एक भी रिफ्यूजल नहीं हैगी। बेसिकली जी तुसीं गल कही फाइलिंग ते ही डिपेंड है वीज़ा। 54 56 इन्हां उत्ते वीज़ा लैके के आ रहे हो तुसीं। इनू मेरा एक डाउट क्लियर कर दो कि इनू एज अ SGS कैटेगरी गिनांगे कि नॉन SGS कैटेगरी, यानी कि GSC पढ़नी है कि नहीं पढ़नी? SDS कैटेगरी ते GSC ਜਾਂਦੀ ਹੈ, लेकिन नॉन SDS कैटेगरी ਦੇ ਵਿੱਚ ਵੀ ਆਪਸ਼ਨ ਤੁਹਾਡੇ ਕੋਲ ਹੁੰਦੀ ਕਿ ਤੁਸੀਂ GIC ਭਰਵਾ। ਸੋ ਅੱਜ ਦੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਤੁਹਾਡਾ 10 ਸਾਲ ਦਾ ਵੀ ਗੈਪ ਹੈ, ਅਸੀਂ 8 ਸਾਲ ਦੇ ਗੈਪ ਦੇ ਨਾਲ ਵੀਜ਼ਾ ਲਿੱਤਾ। ਸੋ ਉਹਨਾਂ ਗੈਪ ਐਕਸੈਪਟਡ ਹੈ। ਲੇਕਿਨ ਜੇ ਤੁਸੀਂ +2 ਕੀਤੀ ਹੈ ਤਾਂ ਹੁਣੇ ਪਿੱਛੇ ਜੇ ਕੁਝ ਹਫਤੇ 10 ਦਿਨ ਪਹਿਲੇ ਅਸੀਂ 3 ਸਾਲ ਦੇ ਗੈਪ ਦੇ ਨਾਲ ਵੀਜ਼ਾ ਲਿੱਤਾ। देखो डिजर्विंग कैंडिडेट ਲਈ डेफिनेटली ऑप्शन हैगी है। ਅਸੀਂ ਵੀ ਉਸ ਤੇ ਹੀ ਪੈਸਾ ਲਗਾਵਾਂਗੇ ਜਿਹੜਾ ਸਾਨੂੰ ਲੱਗਦਾ ਕਿ ਡਿਜ਼ਰਵਿੰਗ ਸਟੂਡੈਂਟ ਉਹਦਾ। ਪ੍ਰੋਗਰਾਮ ਜੀ ਦਾ ਨਾਮ ਹੈ ਜੀ ਵੀਜ਼ਾ ਲਾਈਵ। ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਬਹੁਤ ਸਾਰੀ ਗੱਲਾਂ ਬਾਤਾਂ ਕਰਦੇ। ਜੇਕਰ ਤੁਸੀਂ ਓਵਰਸੀਜ਼ ਜਾਣਾ ਚਾਹੁੰਦੇ ਹੋ, ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤੇ ਇਹ ਸ਼ੋਅ ਤੁਹਾਡੇ ਲਈ ਲੈ ਕੇ ਆਨੇ ਆ। ਪਰ ਤੁਸੀਂ ਬਾਹਰ ਕਿਵੇਂ ਜਾਣਾ ਹੈ, ਇਨਫੋਰਮੇਸ਼ਨ ਕਿੱਦਾਂ ਲੈਣੀ ਹੈ, ਕਿਹੜੀ ਚੀਜ਼ਾਂ ਦੀ ਲੋੜ ਪੈਂਦੀ, ਉਹਦੇ ਲਈ ਹਮੇਸ਼ਾ ਸਾਡੇ ਨਾਲ ਕੋਈ ਨਾ ਕੋਈ ਗਾਈਡ ਮੌਜੂਦ ਹੁੰਦੇ। ਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਵੀਬੀ ਵੀਜ਼ਾ ਕੰਸਲਟੈਂਟ ਤੋਂ ਅਮਿਤ ਬੁੰਦੇਲਾ जी। सत श्री अकाल, बहुत बहुत स्वागत है। सत श्री अकाल जी साਰਿਆਂ ਨੂੰ। ਕੀ ਹਾਲ ਹੈ ਸਰ? ਬਹੁਤ ਵਧੀਆ ਜੀ ਬਿਲਕੁਲ। ਤੇ ਹਮੇਸ਼ਾ ਅਮਿਤ ਸਰ ਜਦੋਂ ਵੀ ਇੱਧਰ ਆਉਂਦੇ ਨੇ ਤਾਂ ਇੱਕ ਵਾਈਬ ਜੀ ਅਲੱਗ ਜੀ ਆ ਜਾਂਦੀ ਹੈ, ਕਿਉਂਕਿ ਜੋ ਸਟੂਡੈਂਟ ਨੇ, ਜੋ ਪੇਰੈਂਟਸ ਨੇ ਆਪਣੇ ਬਾਹਰ ਜਾਣ ਦੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਪਰ ਹੋ ਨਹੀਂ ਪਾਉਂਦੇ, ਉਹ ਹਿੰਮਤ ਹਾਰ ਜਾਂਦੇ ਤੇ ਉਹਦੇ ਲਈ ਹਮੇਸ਼ਾ ਵੀਬੀ ਵੀਜ਼ਾ ਕੰਸਲਟੈਂਟ ਤੁਹਾਡੇ ਲਈ ਬੈਠਾ ਹੁੰਦਾ। ਉਹ ਕਿਉਂ, ਉਹ ਤੁਹਾਨੂੰ ਸਾਰਾ ਇਸ ਸ਼ੋਅ ਦੇ ਵਿੱਚ ਪਤਾ ਲੱਗ ਜਾਏਗਾ। ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਲਾਈਵ ਸ਼ੋਅ ਹੈ, ਥੱਲੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਅਮਿਤ ਸਰ, ਬਹੁਤ ਸਾਰੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਫਸਟ ਆਫ ਆਲ ਮੈਨੂੰ ਇਹ ਦੱਸ ਦਿਓ ਕਿ ਹੁਣ ਇਨਟੇਕ ਕਿਹੜੇ ਅਵੇਲੇਬਲ ਤੁਹਾਡੇ ਕੋਲ ਕੈਨੇਡਾ ਦੇ ਹੈਗੇ? ਦੇਖੋ ਫਿਲਹਾਲ ਤਾਂ ਸੈਪਟੈਂਬਰ ਇਨਟੇਕ ਵੀ ਅਵੇਲੇਬਲ ਹੈ। ਅੱਛਾ, ਕੀ ਬਾਤ ਜੀ। ਕੁਝ ਇੱਕ ਸੀਟਸ ਅਵੇਲੇਬਲ ਹੈਗੀਆਂ ਨੇ, ਬਟ ਕੁਝ ਕਹਿ ਨਹੀਂ ਸਕਦੇ ਕਦੋਂ ਫਿਲ ਹੋ ਜਾਏ। ਬਟ ਜ਼ਿਆਦਾ ਮੋਸਟਲੀ ਸਟੂਡੈਂਟਸ ਨੂੰ ਜਿਹੜਾ ਜੈਨ ਇਨਟੇਕ ਲਈ ਪ੍ਰੈਫਰ ਕਰ ਰਹੇ ਨੇ ਔਰ ਈਵਨ ਕਿ ਮਈ ਦਾ ਇਨਟੇਕ ਵੀ ਓਪਨ ਹੋ ਚੁੱਕਿਆ। ਸੋ ਫਾਸਟ ਕਰਨਾ ਚਾਹੀਦਾ, ਕਿਉਂਕਿ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ PT ਵੀ SDS ਕੈਟੇਗਰੀ ਦੇ ਵਿੱਚ ਆ ਜਾਣੀ ਹੈ। ਇੱਕ ਦੇ ਵਿੱਚ 5.5 ਹੈਗਾ, 2 ਦੇ ਵਿੱਚ 5.5 ਹੈਗਾ, ਉਹ ਵੀ ਤੁਹਾਡੀ SDS ਕੈਟੇਗਰੀ ਦੇ ਵਿੱਚ ਸ਼ਾਮਿਲ ਹੋ ਜਾਣ। ਤਾਂ ਮੈਨੂੰ ਲੱਗਦਾ ਕਿ ਐਪਲੀਕੇਸ਼ਨ ਦੀ ਸੰਖਿਆ ਇੰਨੀ ਜ਼ਿਆਦਾ ਵੱਧ ਜਾਏਗੀ, ਕੁਝ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਅਗਲੇ ਸੈਪਟੈਂਬਰ 2024 ਦਾ ਵੀ ਇਨਟੇਕ ਜਿਹੜਾ ਖੁੱਲ ਜਾਏਗਾ। ਸੋ ਫਿਲਹਾਲ ਸੈਪਟੈਂਬਰ ਇਨਟੇਕ ਦੇ ਵਿੱਚ ਸੀਟਸ ਹੈਗੀਆਂ ਨੇ, ਕਿਉਂਕਿ ਹਲੇ ਉਹ 10 ਤਰੀਕ ਤੋਂ ਬਾਅਦ ਹੈਗਾ ਜੋ ਵੀ ਹੋਣਾ SDS ਕੈਟੇਗਰੀ ਦੇ ਵਿੱਚ। ਸੋ ਮੈਨੂੰ ਲੱਗਦਾ ਜੇ ਸਟੂਡੈਂਟ ਛੇਤੀ ਕਰਨਗੇ ਅੱਜ ਕੱਲ ਦੇ ਵਿੱਚ ਤਾਂ ਸੈਪਟੈਂਬਰ ਇਨਟੇਕ ਦੇ ਵਿੱਚ ਮਨਚਾਹੀ ਸੀਟ ਜਿਹੜੀ ਚਾਹੇ ਪਬਲਿਕ ਕਾਲਜ ਵੀ ਹੋਏ, ਪ੍ਰਾਈਵੇਟ ਕਾਲਜ ਹੋਏ, ਮਿਲ ਸਕਦੀ ਹੈਗੀ ਹੈ। ਬਟ ਮੈਜੋਰਟੀ ਜੇ ਅਸੀਂ ਗੱਲ ਕਰੀਏ ਤਾਂ ਜ਼ਿਆਦਾਤਰ ਹੁਣ ਜੈਨ ਇਨਟੇਕ ਦੇ ਲਈ ਹੀ ਹੈ। ਓਕੇ, ਠੀਕ ਹੈ। ਹਜੇ ਲੇਕਿਨ ਸੈਪਟੈਂਬਰ ਇਨਟੇਕ ਜੇਕਰ ਅਵੇਲੇਬਲ ਹੈ ਹੀ ਹੈ, ਜੇਕਰ ਆਇਲਸ ਉਹਨਾਂ ਨੇ ਕੀਤੀ ਹੋਈ ਹੈ, ਸਭ ਉਹਨਾਂ ਦੇ ਕੋਲ ਪੈਸਾ ਹੈਗਾ ਤਾਂ ਤੁਹਾਡੇ ਕੋਲ ਭੱਜ ਕੇ ਮਤਲਬ ਆ ਜਾਣਾ। ਰਾਈਟ ਓਕੇ, ਠੀਕ ਹੈ। ਜੋ ਅੱਜ 7 ਤਰੀਕ ਹੈ, ਜਿਸ ਅਗਸਤ ਦੀ ਗੱਲਬਾਤ ਕਰ ਰਹੇ ਸੀ, 10 ਤਰੀਕ ਦੇ ਅਗਸਤ ਦੀ ਬਾਤ ਕਰ ਰਹੇ ਸੀ, ਜੋ ਹੁਣੇ ਸਰ ਨੇ ਦੱਸਿਆ ਵੀ ਤੁਹਾਨੂੰ ਕਿ 10 ਤਰੀਕ ਜਲਦੀ ਆਉਣ ਵਾਲੀ ਹੈ। SGS ਕੈਟੇਗਰੀ ਦੇ ਵਿੱਚ ਕਿੱਦਾਂ ਹੋਏਗਾ, ਆਇਲਸ ਕਿੰਨੇ ਸਕੋਰ 5.5 ਨੂੰ ਅਸੈਪਟ ਕਰਦਾ ਹੈ ਨਹੀਂ ਕਰਦਾ, ਉਹ ਆਉਣ ਵਾਲੀ ਗੱਲਾਂ ਹੈ। ਲੇਕਿਨ ਸਰ ਜਦੋਂ ਵੀ ਤੁਹਾਡੇ ਕੋਲ ਅਸੀਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਤੁਹਾਡੇ ਰਿਜ਼ਲਟ ਬੇਸਿਕਲੀ ਅਸੀਂ ਦੇਖਦੇ ਹਾਂ, PTU ਦੇ ਆਲਰੇਡੀ ਇੰਨੇ ਅੱਛੇ ਰਿਜ਼ਲਟ ਆ ਰਹੇ ਆ, ਤੇ ਜੋ ਆਇਲਸ ਜਦੋਂ 5.5 ਹੋ ਜਾਏ ਕਿ ਤੁਸੀਂ ਐਕਸੈਪਟ ਕਰੋਗੇ ਫਿਰ ਉਹ ਕੇसेस? ਬਿਲਕੁਲ 100% ਰਿਜ਼ਲਟ ਆਏਗਾ। ਪਿਛਲੇ 4 ਇਨਟੇਕ ਤੋਂ SDS ਕੈਟੇਗਰੀ ਦੇ ਵਿੱਚ ਇੱਕ ਵੀ ਰਿਫਿਊਜ਼ਲ ਨਹੀਂ ਹੈਗੀ। ਸੋ ਜਦੋਂ ਇੱਕ ਦੇ ਵਿੱਚ 5.5, 2 ਦੇ ਵਿੱਚ 5.5 SDS ਕੈਟੇਗਰੀ ਦੇ ਵਿੱਚ ਆ ਜਾਏਗਾ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸਭ ਤੋਂ ਵੱਡੀ ਚੁਣੌਤੀ ਸਟੂਡੈਂਟ ਲਈ ਕੀ ਸੀਗੀ ਕਿ ਇੱਕ ਦੇ ਵਿੱਚ 5.5 ਰਹਿ ਜਾਂਦਾ ਸੀ, ਓਵਰਆਲ 6 ਬਣ ਜਾਂਦੇ। ਕਿੰਨੇ ਐਸੇ ਸਟੂਡੈਂਟਸ ਨੂੰ ਮੈਂ ਜਾਣਦਾ, ਕਿਉਂਕਿ ਪਹਿਲਾਂ ਅਸੀਂ ਫਾਈਲ ਉਹ ਐਕਸੈਪਟ ਹੀ ਨਹੀਂ ਕਰ ਰਹੇ ਸੀ, ਇੱਕ ਦੇ ਵਿੱਚ 5.5 ਸਕਸੈਸ ਰੇਟ ਨਹੀਂ ਸੀਗਾ। ਹਾਲਾਂਕਿ PT ਦੇ ਵਿੱਚ ਸਾਨੂੰ 52 ਸਕੋਰ ਤੇ ਵੀ ਮਿਲਿਆ ਹੈਗਾ ਰਿਜ਼ਲਟ, 54 ਤੇ ਵੀ ਮਿਲਿਆ, 60 ਦਾ ਤਾਂ ਹੁਣ SDS ਕੈਟੇਗਰੀ ਦੇ ਵਿੱਚ ਆ ਹੀ ਜਾਏਗਾ। ਸੋ ਉਸ ਤੇ ਤਾਂ ਰਿਫਿਊਜ਼ਲ ਆਉਣ ਦਾ ਮਤਲਬ ਹੀ ਨਹੀਂ। ਬਟ ਹੁਣ ਜਦੋਂ ਆਫੀਸ਼ੀਅਲੀ ਇਹ ਸਭ ਚੀਜ਼ਾਂ ਹੋ ਜਾਣਗੀਆਂ ਤਾਂ ਫਾਈਲ ਐਕਸੈਪਟ ਵੀ ਕਰਾਂਗੇ ਔਰ ਚਾਂਸਿਸ ਰਹਿਣਗੇ ਕਿ ਉਹਨਾਂ ਨੂੰ ਵੀਜ਼ਾ ਜਿਸ ਤਰ੍ਹਾਂ 6 ਬੈਂਡ ਤੇ ਮਿਲਦਾ ਸੀਗਾ ਉਸ ਤਰ੍ਹਾਂ ਉਹਨਾਂ ਨੂੰ ਮਿਲਦਾ ਰਹੇਗਾ। ਰਾਈਟ। ਇਦਾਂ ਜਿਹੜੇ ਤੁਹਾਡੇ ਰਿਜ਼ਲਟਸ ਆਉਂਦੇ, ਮੈਂ ਪਹਿਲੇ ਬਹੁਤ ਸਾਰੇ ਇਦਾਂ ਦੇ ਸ਼ੋਜ਼ ਕੀਤੇ ਜੋ ਪਹਿਲਾਂ ਤੇ PT ਨੂੰ ਬਿਲਕੁਲ ਕਾਂਟਾ ਮਾਰ ਦਿੰਦੇ ਸੀ ਕਿ PT ਅਸੀਂ ਲੈਣਾ ਹੀ ਨਹੀਂ ਹੈ। ਫਿਰ ਹੌਲੀ ਹੌਲੀ ਟ੍ਰੈਂਡ ਚੇਂਜ ਹੋਇਆ, ਲੇਕਿਨ ਇਹ ਸੀਗਾ ਕਿ 60 ਤੋਂ ਉੱਤੇ ਵਾਲੇ ਲੈਣਗੇ। ਲੇਕਿਨ ਤੁਹਾਡੇ ਕੇਸ ਦੇ ਵਿੱਚ ਇਦਾਂ ਦੋਨਾਂ ਹੀ ਦਿਖਦਾ, ਤੁਸੀਂ ਹਰ ਚੀਜ਼ 'ਚ ਆਪਣਾ ਰਿਜ਼ਲਟ ਲੈ ਕੇ ਆਉਂਦੇ। ਇਹਦਾ ਕਾਰਨ ਸਰ ਮੈਂ ਇੱਕ ਫਾਈਲਿੰਗ ਮੰਨ ਸਕਦੀ ਕਿ ਪ੍ਰੋਵਿੰਸ ਕਿ ਕਾਲਜ ਤੁਹਾਡੇ ਕੋਲ ਇਦਾਂ ਦੇ ਅਵੇਲੇਬਲ ਹੈ? ਨਹੀਂ, ਦੇਖੋ ਬੇਸਿਕਲੀ ਜਿਹੜੀ
ਜਿਹੜੀ ਤੁਸੀਂ ਗੱਲ ਕਹੀ ਫਾਈਲਿੰਗ ਤੇ ਹੀ ਡਿਪੈਂਡ ਹੈ। ਵੀਜ਼ਾ ਲੈਣ ਵਾਲਾ ਹੋਣਾ ਚਾਹੀਦਾ। ਦੇਖੋ ਜੇ ਫਾਈਲ ਦੇ ਉੱਤੇ ਮਿਹਨਤ ਕੀਤੀ ਜਾਏ, ਮਿਹਨਤ ਕੋਈ ਅਸੀਂ ਹੱਲ ਨਹੀਂ ਚਲਾਣਾ, ਤੁਹਾਡਾ ਹੀ ਸਾਰੇ ਪੇਪਰ ਹੈਗੇ ਆ, ਲੇਕਿਨ ਇੱਕ ਪਲੈਨਿੰਗ ਹੋਣੀ ਚਾਹੀਦੀ ਹੈ। ਮੰਨ ਲਓ ਇੱਕ ਛੋਟੀ ਜਿਹੀ ਐਗਜ਼ਾਮਪਲ ਹੈਗੀ, ਫੰਡਸ ਦੀ ਤੁਸੀਂ ਪਲੈਨਿੰਗ ਕੀਤੀ ਨਹੀਂ, ਤੁਸੀਂ GIC ਜਮ੍ਹਾਂ ਕਰਾਈ ਨਹੀਂ ਔਰ PT ਤੇ ਵੀਜ਼ਾ ਭਾਲ ਰਹੇ ਹੋ, ਉਹ ਚੀਜ਼ ਨਹੀਂ ਆਣੀ। ਫੰਡਸ ਕਿੰਨੇ ਪੁਰਾਣੇ ਹੋਣੇ ਚਾਹੀਦੇ ਨੇ ਉਹ ਕੰਸਲਟੈਂਟ ਨੇ ਤੁਹਾਨੂੰ ਦੱਸਣਾ, ਕਿੰਨੇ ਹੋਣੇ ਚਾਹੀਦੇ ਨੇ ਉਹ ਤੁਹਾਨੂੰ ਕੰਸਲਟੈਂਟ ਨੇ ਦੱਸਣਾ। ਤੁਹਾਡੇ ਪੇਰੈਂਟਸ ਦੀ ਪ੍ਰੋਫਾਈਲ ਕਿਸ ਤਰ੍ਹਾਂ ਪੇਸ਼ ਕੀਤੀ ਜਾਣੀ ਹੈ ਉਹ ਚੀਜ਼ ਕੰਸਲਟੈਂਟ ਨੇ ਤੁਹਾਨੂੰ ਗਾਈਡ ਕਰਨਾ। SOP ਦੇ ਵਿੱਚ ਤੁਸੀਂ ਕੀ ਚੀਜ਼ ਲਿਖਣੀ ਹੈ ਕਿ ਤੁਹਾਡੀ ਲੈਂਗੁਏਜੇਬਿਲਟੀ ਦੇ ਵਿੱਚ PT ਦੇ ਵਿੱਚ ਤੁਸੀਂ ਕਿਉਂ ਗਏ। ਸੋ ਇਹ ਜਦੋਂ ਸਾਰੀ ਚੀਜ਼ਾਂ ਫਾਈਲ ਦੇ ਵਿੱਚ ਲੱਗਦੀਆਂ ਨੇ, ਜਸਟੀਫਾਈ ਕੀਤੀ ਜਾਂਦੀ ਨੇ, ਤਾਂ ਤੁਹਾਨੂੰ ਵੀਜ਼ਾ ਮਿਲਦਾ। PT ਤੇ ਵੀਜ਼ਾ ਦੇਣ ਨੂੰ ਕਦੇ ਵੀ ਇਨਕਾਰ ਨਹੀਂ ਕੀਤਾ ਗਿਆ। ਵੀਜ਼ਾ ਜਿਸ ਤੇ ਵੀ ਆਫਰ ਲੈਟਰ ਸਾਨੂੰ ਮਿਲਦਾ ਉਸ ਤੇ ਵੀਜ਼ਾ ਮਿਲ ਸਕਦਾ ਹੈ, ਲੇਕਿਨ ਗੱਲ ਇਹ ਹੈ ਕਿ ਫਾਈਲਿੰਗ ਤੁਸੀਂ ਵਧੀਆ ਕੀਤੀ ਹੈ ਕਿ ਨਹੀਂ ਕੀਤੀ, ਉਸ ਚੀਜ਼ ਨੂੰ ਜਸਟੀਫਾਈ ਕੀਤਾ ਕਿ ਵੀਜ਼ਾ ਅਫਸਰ ਕਨਵਿੰਸ ਹੈਗਾ ਕਿ PT ਤੇ ਤੁਹਾਨੂੰ ਵੀਜ਼ਾ ਦੇ ਦੇ। ਸੋ ਇਹ ਸਾਰੀ ਚੀਜ਼ਾਂ ਜੇ ਅਸੀਂ ਅੱਜ ਕੈਨੇਡਾ ਜੇ ਵੀਜ਼ਾ ਦੇਣ ਦੇ ਮੂਡ ਦੇ ਵਿੱਚ ਹੈਗਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਫਾਈਲ ਨੂੰ ਜੋ ਵੀ ਸਾਡੇ ਕੋਲ ਡਾਕੂਮੈਂਟਸ ਅੱਜ ਦੀ ਡੇਟ ਦੇ ਵਿੱਚ ਪਏ ਉਹਨੂੰ ਕਰਕੇ ਲਗਾ ਦੇ, ਨਹੀਂ, ਪਲੈਨਿੰਗ ਕਰਕੇ ਲਗਾਓ। ਹਾਂ ਤੁਹਾਡੇ 6-7 ਬੈਂਡ ਹੈਗੇ ਨੇ, ਤੁਹਾਡਾ ਰੀਸੈਂਟ ਪਾਸ ਆਊਟ ਹੋ ਗਏ ਨੂੰ, ਉੱਦਾਂ ਹੀ ਫਾਈਲ ਤੁਸੀਂ ਅਪਲੋਡ ਕਰ ਲਓ, ਤੁਹਾਨੂੰ ਵੀਜ਼ਾ ਮਿਲ ਜਾਏਗਾ। ਬਟ ਜਿੱਥੇ PT ਦੀ ਗੱਲ ਆਉਂਦੀ ਹੈ ਔਰ ਹੁਣ ਜਿਸ ਤਰ੍ਹਾਂ ਇੱਕ ਦੇ ਵਿੱਚ 5.5 ਦੀ ਗੱਲ ਆਏਗੀ ਤਾਂ ਮੈਨੂੰ ਲੱਗਦਾ ਕਿ ਫਾਈਲਿੰਗ ਬਹੁਤ ਜ਼ਿਆਦਾ ਵੱਡਾ ਰੋਲ ਪਲੇ ਕਰੇਗਾ ਔਰ ਸਾਡੇ ਜ਼ਿਆਦਾ ਵੀਜ਼ਾ ਆਉਣ ਦਾ ਕਾਰਨ ਇਹੀ ਹੈਗਾ ਕਿ ਫਾਈਲਿੰਗ ਤੇ ਭਰਪੂਰ ਮਿਹਨਤ ਕੀਤੀ ਜਾਂਦੀ ਹੈ। ਸੋ ਰਿਜ਼ਲਟ ਤੁਹਾਡੇ ਸਾਹਮਣੇ ਨੇ। ਓਕੇ, ਜਿਹੜਾ ਸੀ 54 56 ਇਹਨਾਂ ਉੱਤੇ ਵੀਜ਼ਾ ਲੈ ਕੇ ਆ ਰਹੇ ਹੋ ਤੁਸੀਂ, ਇਹਨੂੰ ਮੇਰਾ ਇੱਕ ਡਾਊਟ ਕਲੀਅਰ ਕਰ ਦਿਓ ਕਿ ਇਹਨੂੰ ਐਜ਼ ਅ SGS ਕੈਟੇਗਰੀ ਗਿਣਾਂਗੇ ਕਿ ਨॉन SGS ਕੈਟੇਗਰੀ, ਯਾਨੀ ਕਿ GIC ਪੜ੍ਹਨੀ ਹੈ ਕਿ ਨਹੀਂ ਪੜ੍ਹਨੀ ਹੈ। ਦੇਖੋ GIC ਔਰ SDS ਕੈਟੇਗਰੀ ਦਾ, ਦੇਖੋ SDS ਕੈਟੇਗਰੀ ਤੇ GSC ਜਾਂਦੀ ਹੈ, ਲੇਕਿਨ ਨॉन SDS ਕੈਟੇਗਰੀ ਦੇ ਵਿੱਚ ਵੀ ਆਪਸ਼ਨ ਤੁਹਾਡੇ ਕੋਲ ਹੁੰਦੀ ਕਿ ਤੁਸੀਂ GIC ਭਰਵਾ ਸਕਦੇ ਹੋ। ਔਰ ਅਸੀਂ ਸਟੂਡੈਂਟ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ GIC ਜ਼ਰੂਰ ਭਰਵਾਣੀ ਹੈ, ਉਹਦੇ ਨਾਲ ਤੁਹਾਡੀ ਫੰਡ ਦੀ ਪੋਜੀਸ਼ਨ ਜਿਹੜੀ ਹੈ ਬਿਲਕੁਲ ਕਲੀਅਰ ਹੋ ਜਾਂਦੀ ਹੈ। ਐਡੀਸ਼ਨਲ ਫੰਡ ਵੀ ਤੁਸੀਂ ਦਿਖਾਣਾ, ਸੋ ਫੰਡਸ ਦਾ ਹੀ ਸਾਰਾ ਫੰਡ ਹੈਗਾ ਜੇ ਆਪਾਂ ਨॉन SDS ਦੀ ਗੱਲ ਕਰੀਏ। ਔਰ 60 ਤੋਂ ਨੀਚੇ ਅੱਜ ਦੀ ਡੇਟ ਤੇ ਚਲੋ ਸਾਰਾ ਹੀ PT ਨॉन SDS ਕੈਟੇਗਰੀ ਹੈ, ਹਲੇ SDS ਕੈਟੇਗਰੀ ਦੇ ਵਿੱਚ ਨਹੀਂ ਹੈ। 10 ਤਰੀਕ ਤੋਂ ਬਾਅਦ ਕਲੀਅਰ ਹੋ ਜਾਏਗਾ ਕਿੰਨੇ ਸਕੋਰ ਦੇ ਨਾਲ, ਜਿਸ ਤਰ੍ਹਾਂ ਨੋਟੀਫਿਕੇਸ਼ਨ ਆ ਰਹੀ ਕਿ 60 ਈਚ ਦੇ ਨਾਲ ਜਿਹੜਾ ਹੈਗਾ ਸਾਨੂੰ SDS ਕੈਟੇਗਰੀ ਦੇ ਵਿੱਚ PT ਸ਼ਾਮਿਲ ਹੋ ਜਾਏਗੀ। ਫਿਰ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਹੈਗਾ GIC ਜਮ੍ਹਾਂ ਕਰਾਓ, ਆਪਣੀ ਫੀਸ ਜਮ੍ਹਾਂ ਕਰਾਓ, ਐਡੀਸ਼ਨਲ ਫੰਡ ਦੀ ਇੰਨੀ ਕੋਈ ਰਿਕੁਆਇਰਮੈਂਟ ਨਹੀਂ ਰਹੇਗੀ। ਬਟ ਜੇ ਤੁਹਾਡੇ ਘੱਟ ਸਕੋਰ ਹੈਗੇ ਨੇ 60 ਤੋਂ, ਫਿਰ ਉਹ ਸਾਰੀ ਰਿਕੁਆਇਰਮੈਂਟਸ ਜਿਹੜੀ ਕਿ ਤੁਹਾਨੂੰ ਰਹਿਣਗੀ। ਓਕੇ ਜੀ, ਤੇ ਕੋਈ ਸਵਾਲ ਹੈ ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ। ਹਜੇ ਵੀ ਜਿੱਦਾਂ ਸੈਪਟੈਂਬਰ ਇਨਟੇਕ ਅਵੇਲੇਬਲ ਹੈਗਾ ਉਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ, ਲੇਕਿਨ ਜਿਵੇਂ ਕਿਹਾ ਕਿ ਜਿਸ ਤਰ੍ਹਾਂ ਸਪੀਡ ਦੇ ਨਾਲ ਜਨਵਰੀ ਇਨਟੇਕ ਭਰ ਰਿਹਾ ਤੇ ਮਈ ਖੁੱਲਣ ਜਾ ਰਿਹਾ, ਮਈ ਖੁੱਲ ਵੀ ਗਿਆ ਤੇ ਮੈਨੂੰ ਲੱਗਦਾ ਤੁਹਾਨੂੰ ਵੇਟ ਕਰਨਾ ਚਾਹੀਦਾ। ਜੇਕਰ ਤੁਸੀਂ ਆਇਲਸ ਕਰ ਲਈ ਹੈ, ਤੁਹਾਡੇ ਇਹ ਵੀ ਸਕੋਰ ਹੈਗੇ ਜਿਹੜੇ ਅਸੀਂ ਤੁਹਾਨੂੰ ਲਿਸਟ ਦੱਸ ਰਹੇ ਹਾਂ ਲਗਾਤਾਰ, ਲੇਕਿਨ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਸਵਾਲ ਹੈ ਪੁੱਛ ਸਕਦੇ ਹੋ। VB ਵੀਜ਼ਾ ਕੰਸਲਟੈਂਟ ਹਮੇਸ਼ਾ ਤੁਹਾਡੇ, ਮੈਂ ਕਹਿੰਦੀ ਹੁੰਦੀ ਹਾਂ, ਸੁਪਨਿਆਂ ਨੂੰ ਸਾਕਾਰ ਕਰਦਾ, ਹਮੇਸ਼ਾ ਤੁਹਾਡੇ ਸੁਪਨੇ ਪੂਰੇ ਕਰਦਾ। ਹੁਣ ਮੈਂ ਥੋੜਾ ਗੈਪ ਬਾਰੇ ਪੁੱਛ ਲੈਣੀ ਹੈ ਕਿ ਯਾਨੀ ਕਿ ਇਹਨਾਂ ਦੀ ਕੰਪਨੀ ਜਿਹੜੀ VB ਵੀਜ਼ਾ ਕੰਸਲਟੈਂਟ ਹੈ ਉਹ ਕਿੰਨਾ ਅਪ ਟੂ ਗੈਪ ਅਸੈਪਟ ਕਰ ਲੈਂਦੀ ਹੈ, ਕਿੰਨੇ ਸਾਲਾਂ ਦਾ ਗੈਪ? ਦੇਖੋ ਜੇ ਤਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਸਟੂਡੈਂਟ ਨੇ ਫਿਰ ਤਾਂ ਗੈਪ 10 ਸਾਲ ਦਾ ਵੀ ਹੋਏ ਐਡੀ ਕੋਈ ਮੈਟਰ ਨਹੀਂ ਹੈ। ਪਹਿਲਾਂ ਹਾਲਾਂਕਿ ਅਸੀਂ ਐਕਸੈਪਟ ਨਹੀਂ ਕਰਦੇ ਸੀ ਉਹ ਚੀਜ਼, ਬਟ ਐਮਬੈਸੀ ਦੇ ਟ੍ਰੈਂਡ ਦੇ ਹਿਸਾਬ ਨਾਲ ਚੱਲਣਾ ਪੈਂਦਾ। ਸੋ ਅੱਜ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਤੁਹਾਡਾ 10 ਸਾਲ ਦਾ ਵੀ ਗੈਪ ਹੈ, ਅਸੀਂ 8 ਸਾਲ ਦੇ ਗੈਪ ਦੇ ਨਾਲ ਵੀਜ਼ਾ ਲਿੱਤਾ, ਸੋ ਉਹਨਾਂ ਗੈਪ ਐਕਸੈਪਟਡ ਹੈ। ਲੇਕਿਨ ਜੇ ਤੁਸੀਂ +2 ਕੀਤੀ ਹੈ ਤਾਂ ਹੁਣੇ ਪਿੱਛੇ ਜੇ ਕੁਝ ਹਫ਼ਤੇ 10 ਦਿਨ ਪਹਿਲੇ ਅਸੀਂ 3 ਸਾਲ ਦੇ ਗੈਪ ਦੇ ਨਾਲ ਵੀਜ਼ਾ ਲਿੱਤਾ, ਸੋ ਉਹਦੇ 3 ਜਾਂ 4 ਸਾਲ ਦਾ ਗੈਪ ਮੈਕਸਿਮਮ ਹੋਏ ਤਾਂ ਫਾਈਲ ਐਕਸੈਪਟ ਕਰਾਂਗੇ। ਉਸ ਤੋਂ ਜ਼ਿਆਦਾ ਗੈਪ ਫਿਰ ਪਰੇਸ਼ਾਨੀ ਦਾ ਸਬਬ ਬਣ ਸਕਦਾ। ਠੀਕ ਹੈ ਜੀ, ਤੇ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹਨੀ ਆ, ਜੋ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਐਡ ਸੁਣਦੇ ਹੋ, ਐਡ ਦੇਖਦੇ ਹੋ, ਮੈਂ ਵੀ ਦੇਖਦੀ ਹਾਂ ਕਿ ਪੇਮੈਂਟ ਆਫਟਰ ਵੀਜ਼ਾ ਅਵੇਲੇਬਲ ਹੈ ਕਿ ਨਹੀਂ ਹੈਗਾ, ਉਹਦੇ ਉੱਤੇ ਮੈਂ ਗੱਲਬਾਤ ਕਰਨਾ ਚਾਹੁੰਦੀ। ਅਗਰ ਅਵੇਲੇਬਲ ਹੈ, ਕਿਉਂਕਿ ਮੈਂ ਥੋੜਾ ਇਫ ਐਂਡ ਬਟ ਲੈ ਕੇ ਨਹੀਂ ਚੱਲਣਾ ਚਾਹੁੰਦੀ, ਯੈਸ ਔਰ ਨੋ ਨੂੰ ਲੈ ਕੇ ਚੱਲਣਾ ਚਾਹੁੰਦੀ ਹਾਂ। ਤੁਸੀਂ ਦੱਸੋਗੇ ਕਿ ਇਹ ਆਪਸ਼ਨ ਹੁੰਦੀ ਹੈ ਕਿ ਨਹੀਂ? ਦੇਖੋ ਡਿਜ਼ਰਵਿੰਗ ਕੈਂਡੀਡੇਟ ਲਈ ਡੈਫੀਨਿਟਲੀ ਇਹ ਆਪਸ਼ਨ ਹੈਗੀ ਆ, ਅਸੀਂ ਵੀ ਉਸ ਤੇ ਹੀ ਪੈਸਾ ਲਗਾਵਾਂਗੇ ਜਿਹੜਾ ਸਾਨੂੰ ਲੱਗਦਾ ਕਿ ਡਿਜ਼ਰਵਿੰਗ ਸਟੂਡੈਂਟ, ਉਹ ਚਾਹੇ PT ਵਾਲਾ ਹੋਏ ਚਾਹੇ SDS ਕੈਟੇਗਰੀ ਵਾਲਾ, ਉਹ ਮੈਟਰ ਨਹੀਂ ਕਰਦਾ। ਬਟ ਸਟੂਡੈਂਟ ਜਦੋਂ ਆਪਣੇ ਕਾਗਜ਼ ਸ਼ੇਅਰ ਕਰੇਗਾ ਉਸ ਤੇ ਸਾਨੂੰ ਲੱਗੇਗਾ ਕਿ ਇਸ ਦਾ ਵੀਜ਼ਾ 100% ਆ ਸਕਦਾ ਹੈਗਾ। ਹੁਣ ਜਿਵੇਂ 7 ਬੈਂਡ ਵਾਲੇ 6 ਬੈਂਡ ਵਾਲੇ ਤਾਂ ਸਾਨੂੰ ਪਤਾ ਹੀ ਆਣਾ, ਸੋ ਉਹਦੇ ਲਈ ਹਮੇਸ਼ਾ ਹੀ ਆਪਸ਼ਨ ਅਵੇਲੇਬਲ ਰਹਿੰਦੀ ਹੈ। ਬਟ ਜਿੱਥੇ PT ਦੀ ਗੱਲ ਵੀ ਆਏਗੀ, PT ਦਾ ਸਕੋਰ ਵੀ ਅੱਜ ਕੱਲ੍ਹ ਵਧੀਆ ਚੱਲ ਰਿਹਾ ਹੈਗਾ, ਤਾਂ ਮੈਨੂੰ ਲੱਗਦਾ ਉਸ ਤੇ ਵੀ ਅਸੀਂ ਜ਼ਰੂਰ ਕਰ ਸਕਦੇ ਹਾਂ। ਜਿਹੜਾ ਡਿਜ਼ਰਵਿੰਗ ਕੈਂਡੀਡੇਟ ਹੋਏਗਾ ਉਹਦਾ ਫੀਸ ਆਫਟਰ ਵੀਜ਼ਾ ਵੀ ਡੈਫੀਨੇਟਲੀ ਕੰਸੀਡਰ ਕੀਤਾ ਜਾਏਗਾ। ਓਕੇ ਠੀਕ ਹੈ, ਯਾਨੀ ਕਿ ਦਿਸ ਇਜ਼ ਆਪਸ਼ਨ ਅਵੇਲੇਬਲ। ਤੇ ਮੈਨੂੰ ਲੱਗਦਾ ਸੀ ਕਈ ਵਾਰ ਜਿੱਦਾਂ ਕਿ ਸਮਝ ਨਹੀਂ ਆ ਰਿਹਾ ਨਾ ਕਿ ਇਹ ਅਵੇਲੇਬਲ ਹੈ ਕਿ ਨਹੀਂ ਹੈ, ਕਿਉਂਕਿ ਟੈਗ ਲਾਈਨ ਹੈ, ਲੇਕਿਨ ਤੁਸੀਂ ਕਹਿ ਰਹੇ ਹੋ ਤਾਂ ਮੈਂ ਵਿਸ਼ਵਾਸ ਕਰ ਸਕਦੀ ਕਿਉਂਕਿ ਤੁਹਾਡੇ ਤੇ ਹੈ, ਕਿਉਂਕਿ ਜੈਨੂਇਨ ਹੈ। ਤੁਹਾਡੇ ਸਾਹਮਣੇ ਚੈਨਲ ਤੇ ਵੀ ਇਸ ਚੀਜ਼ ਦੀ ਗੱਲ ਕਰ ਰਹੇ ਅਸੀਂ, ਕੋਈ ਦਿੱਕਤ ਨਹੀਂ ਹੈ। PT ਦੇ ਉੱਤੇ ਹੋਰ ਵੀ ਗੱਲਬਾਤ ਕਰਦੇ, ਲੇਕਿਨ ਮੈਂ ਥੋੜਾ ਜਿਹਾ ਟੌਪਿਕ ਚੇਂਜ ਕਰਕੇ ਥੋੜਾ ਟੂਰਿਸਟ ਵੀਜ਼ਾ ਬਾਰੇ, ਵਿਜ਼ਟਰ ਵੀਜ਼ਾ ਬਾਰੇ ਗੱਲਬਾਤ ਕਰਨਾ ਚਾਹੁੰਦੀ, ਜੋ ਤੁਹਾਡੀ ਐਕਸਪਰਟੀਜ਼ ਵੀ ਜਿੱਥੇ ਹੈਗੇ ਹੋ, ਤੁਸੀਂ ਮੰਨੇ ਜਾਂਦੇ ਹੋ। ਤੇ ਮੈਨੂੰ ਸਭ ਤੋਂ ਪਹਿਲਾਂ ਦੱਸੋ, ਕਿਹਾ ਜਾਂਦਾ ਹੈ ਕਿ ਜੋ ਟਰੈਵਲਿੰਗ ਹਿਸਟਰੀ ਹੁੰਦੀ ਹੈ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਟੂਰਿਸਟ ਵੀਜ਼ਾ ਮੈਂ ਛੋਟੀ ਛੋਟੀ ਕੰਟਰੀ ਚੱਲ ਜਾਓ, ਦੁਬਈ ਚੱਲ ਜਾਓ, ਥਾਈਲੈਂਡ ਚੱਲ ਜਾਓ, ਫੁਕਟ ਚੱਲ ਜਾਓ, ਤਾਂ ਜੋ ਤੁਹਾਡਾ ਕੈਨੇਡਾ ਤੇ ਜਾਂ ਤੇ ਆਸਟ੍ਰੇਲੀਆ ਐਕਸੈਪਟ ਕਰ ਲੇਗਾ। ਇਹ ਗੱਲ ਸੱਚ ਹੈ?
ਦੇਖੋ ਲੰਬੀ ਟਰੈਵਲ ਹਿਸਟਰੀ ਹੋਏ ਤੁਹਾਡੇ, ਤੁਸੀਂ ਦੁਬਈ ਪਿਛਲੇ 7-8 ਸਾਲਾਂ ਤੋਂ ਰੈਗੂਲਰ ਜਾ ਰਹੇ ਹੋ, ਜਾਂ ਫਿਰ ਜਿਹੜੀ ਤੁਸੀਂ ਕੰਟਰੀਜ਼ ਦੀ ਗੱਲ ਕਰ ਰਹੇ ਹੋ, ਛੋਟੀ ਕੰਟਰੀਜ਼ ਦੀ, ਉੱਥੇ ਆਪਾਂ ਰੈਗੂਲਰਲੀ ਟਰੈਵਲ ਕਰਦੇ ਆ ਰਹੇ ਹਾਂ, ਤਾਂ ਡੈਫੀਨਿਟਲੀ ਕੈਨੇਡਾ ਦੀ ਐਮਬੈਸੀ ਤੁਹਾਨੂੰ ਚਾਂਸ ਦੇ ਦਿੰਦੀ ਹੈ। ਬਟ ਜੇ ਤੁਸੀਂ ਸੋਚੋ 1-2 ਵਾਰ ਤੁਸੀਂ ਦੁਬਈ ਜਾ ਕੇ ਆਏ, ਸਿੰਗਾਪੁਰ ਜਾ ਕੇ, ਉਸ ਬੇਸ ਤੇ ਤੁਹਾਨੂੰ ਵੀਜ਼ਾ ਮਿਲ ਜਾਏਗਾ, ਉਹ ਚੀਜ਼ ਪੋਸੀਬਲ ਨਹੀਂ ਹੈ। ਔਰ ਜਾਣਾ ਵੀ ਕਿਉਂ, ਅੱਜ ਬਿਨਾਂ ਟਰੈਵਲ, ਤੁਸੀਂ ਸਾਡੀ ਸਕਸੈਸ ਸਟੋਰੀ ਚੱਕ ਕੇ ਦੇਖੋ, ਕੋਈ ਵੀ 99% ਦੀ ਕੋਈ ਟਰੈਵਲ ਹਿਸਟਰੀ ਨਹੀਂ ਹੁੰਦੀ। ਸੋ ਅੱਜ ਜਦੋਂ ਕੈਨੇਡਾ ਬਿਨਾਂ ਟਰੈਵਲ ਹਿਸਟਰੀ ਦੇ ਤੁਹਾਨੂੰ ਵੀਜ਼ਾ ਦੇ ਰਿਹਾ, ਸੋ ਉਹ ਚੀਜ਼ ਤਾਂ ਚੈੱਕ ਲਿਸਟ ਤੋਂ ਸਾਨੂੰ ਕਾਟਾ ਹੀ ਮਾਰ ਦੇਣਾ ਚਾਹੀਦਾ, ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਇੱਧਰ ਉੱਧਰ ਜਾਣ ਦੀ। ਜਿਹੜੀ ਚੈੱਕ ਲਿਸਟ ਮੈਂ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦਾ, ਉਸ ਤੇ ਅਸੀਂ ਅਗਰ ਵਰਕਿੰਗ ਕੀਤੀ ਜਾਏ ਤਾਂ ਵੀਜ਼ਾ ਮਿਲਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਅੱਜ ਦੀ ਡੇਟ ਦੇ ਵਿੱਚ ਆ ਰਹੀ। ਰੈਗੂਲਰਲੀ ਡੇਲੀ ਤੁਸੀਂ ਸਾਡੇ ਇੰਸਟਾਗ੍ਰਾਮ ਤੇ ਦੇਖੋ 2 ਜਾਂ 3 ਵੀਜ਼ਾਸ, ਵਿਜ਼ਟਰ ਵੀਜ਼ਾ ਵੀ ਸਟੈਂਪ ਹੋ ਕੇ ਆ ਰਹੇ ਨੇ। ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਆਪਣੀ ਤਿਆਰੀ ਜੇ ਪੂਰੀ ਰੱਖੀਏ, ਜਿਹੜੀ ਅਸੀਂ ਸਲਾਹ ਦਿੰਦੇ ਆ, ਤਾਂ ਵਿਜ਼ਟਰ ਵੀਜ਼ਾ ਬਹੁਤ ਆਸਾਨੀ ਨਾਲ ਮਿਲ ਸਕਦਾ ਸਾਨੂੰ। ਜੀ ਆਡੀਅנס ਨੂੰ ਸ਼ਾਇਦ ਯਕੀਨ ਨਹੀਂ ਆਏਗਾ, ਪਰ ਮੈਂ ਖੁਦ ਇਹਨਾਂ ਦੇ ਰਿਜ਼ਲਟਸ ਦੇਖੇ, ਇਹਨਾਂ ਦੇ ਪਾਸਪੋਰਟਸ ਦੇਖੇ। ਏਜ ਜਿਹੜੀ ਆ ਉਹ 20 ਸਾਲ ਵਾਲਿਆਂ ਦੇ ਵੀਜ਼ਾ, 18 ਸਾਲ ਵਾਲੇ ਦਾ ਵੀ ਵੀਜ਼ਾ ਹੈ, 18 ਸਾਲ ਵਾਲੇ ਦਾ ਵੀ ਵੀਜ਼ਾ ਹੈ। ਅੱਛਾ, ਇਹ ਪੋਸੀਬਲ ਕਿੱਦਾਂ? ਇਹ ਥੋੜਾ ਮੈਨੂੰ ਐਕਸਪਲੇਨ ਕਰੋ, ਆਡੀਅנס ਨੂੰ ਐਕਸਪਲੇਨ ਕਰੋ। ਜੀ ਦੇਖੋ, ਜਿਹੜੇ ਸਟੂਡੈਂਟ ਥੱਕ ਹਾਰ ਗਏ, ਆਇਲਟਸ ਨਹੀਂ ਕਰ ਪਾ ਰਹੇ, ਪੀਟੀ ਨਹੀਂ ਕਰ ਪਾ ਰਹੇ, ਸੋ ਮੈਂ ਸਿਰਫ ਗੱਲਾਂ ਦੀ ਗੱਲ ਨਹੀਂ ਹੈ, ਇੰਸਟਾਗ੍ਰਾਮ ਜਿਸ ਤਰ੍ਹਾਂ ਕਹਿੰਦਾ ਕਿ ਅਗਰ ਫੋਲੋ ਕਰ ਲੈਣਗੇ, YouTube ਫੇਸਬੁੱਕ ਤੇ ਦੇਖਣਗੇ ਤਾਂ ਦਿਖੇਗਾ ਕਿ 17-18 ਸਾਲ ਦੇ ਬੱਚਿਆਂ ਦੇ ਵੀ ਵੀਜ਼ਾ ਆਏ ਨੇ। ਵੀਜ਼ਾ ਡੈਫੀਨਿਟਲੀ ਆਏ ਤਾਂ ਉਹਨਾਂ ਦੇ ਪੇਰੈਂਟਸ ਦੇ ਬੇਸ ਤੇ ਨੇ, ਬਟ ਇੱਕ ਵਾਰ ਸਟੂਡੈਂਟ ਜਦੋਂ ਉੱਥੇ ਪਹੁੰਚ ਜਾਂਦਾ ਤਾਂ ਉਹਨੂੰ ਕਨਵਰਟ ਵੀ ਕਰਵਾ ਸਕਦਾ, ਚਾਹੇ ਵਿਜ਼ਟਰ ਵੀਜ਼ਾ ਨੂੰ ਸਟੱਡੀ ਦੇ ਵਿੱਚ ਕਨਵਰਟ ਕਰਾ ਲਈਏ, ਅਸੀਂ ਵਰਕ ਦੇ ਵਿੱਚ ਕਨਵਰਟ ਕਰਾ ਲਈਏ। ਸੋ ਐਸੀ ਵੀ ਐਗਜ਼ਾਮਪਲਾਂ ਭਰੀਆਂ ਪਈਆਂ ਨੇ ਜਿਹਦੇ ਕਿ ਬਹੁਤ ਛੋਟੀ ਉਮਰ ਦੇ ਸਟੂਡੈਂਟ ਦੇ ਵੀਜ਼ਾ ਹੈ। ਸੋ ਅੱਜ ਦੇ ਸਟੂਡੈਂਟ ਜਿਹਦਾ ਆਇਲਟਸ ਵਗੈਰਾ ਨਹੀਂ ਕਲੀਅਰ ਹੋ ਪਾ ਰਿਹਾ, +2 ਦੇ ਵਿੱਚ ਨੰਬਰ ਚੰਗੇ ਨਹੀਂ ਸੀਗੇ, ਉਹ ਵੀ ਅੱਜ ਦੇ ਸਮੇਂ ਦੇ ਵਿੱਚ ਵਿਜ਼ਟਰ ਵੀਜ਼ਾ ਦਾ ਚਾਂਸ ਲੈ ਕੇ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦਾ। ਰਾਈਟ, ਆਡੀਅנס ਨਵੀਂ ਜੁੜਦੀ ਪਈ ਹੈ ਲਗਾਤਾਰ, ਤੇ ਮੈਂ ਥੋੜਾ ਦੱਸਣਾ ਚਾਹਨੀ ਹਾਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪੀਟੀਯੂ ਦੇ ਉੱਤੇ ਤੇ ਟੂਰਿਸਟ ਵੀਜ਼ਾ ਦੇ ਉੱਤੇ, ਤੇ ਇਹਦੇ ਉੱਤੇ ਹੀ ਗੱਲਬਾਤ ਕਰ ਰਹੇ, ਤੇ ਥੋੜਾ ਅੱਜ ਟੈਕਨੀਕਲ ਇਸ਼ੂ ਕਰਕੇ ਸਾਡੀ ਸ਼ਾਇਦ ਕਾਲ ਨਹੀਂ ਮਿਲ ਪਾਣੀ ਹੈ, ਤੇ ਲੇਕਿਨ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ, ਥੱਲੇ ਦਿੱਤੇ ਗਈ ਐਡਰੈਸ ਤੇ ਤੁਸੀਂ ਆ ਸਕਦੇ ਹੋ, ਵੀਬੀ ਵੀਜ਼ਾ ਕੰਸਲਟੈਂਟ ਨੂੰ ਤੁਸੀਂ ਮਿਲਣਾ ਹੈ, ਤੁਸੀਂ ਉੱਥੇ ਪਹੁੰਚ ਸਕਦੇ ਹੋ। ਤੋ ਸਰ, ਜਿਹੜੀ ਅਸੀਂ ਗੱਲਬਾਤ ਕਰ ਰਹੇ ਸੀ ਟੂਰਿਸਟ ਵੀਜ਼ਾ ਦੇ ਉੱਤੇ, ਤੇ ਥੋੜਾ ਮੈਂ ਇਹ ਪੁੱਛਣਾ ਚਾਹਨੀ ਹਾਂ, ਜਿੱਦਾਂ ਸਾਡੇ ਇੱਥੇ ਪ੍ਰਾਈਵੇਟ ਜੌਬ ਜ਼ਿਆਦਾ ਕਰਦੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਤੇ 25-30 ਹਜ਼ਾਰ ਤਨਖਾਹ ਹੈਗੀ ਹੈ ਨਾ, ਤੇ ਤੁਸੀਂ ਲਗਾ ਲਓ ਫਿਰ 2.5 ਲੱਖ ਜਾਂ 3 ਲੱਖ ਦੇ ਆਸ-ਪਾਸ ਇੱਕ ਸਾਲ ਦਾ ਬਣਦਾ, ਤੇ ਫਿਰ ਤੁਹਾਨੂੰ ਫੰਡਸ ਇੰਨਾ 15 ਲੱਖ ਜਾਂ 20 ਲੱਖ ਕਿੱਦਾਂ ਸ਼ੋ ਕਰ ਦਿੰਦੇ? ਦੇਖੋ, ਉਹ ਤਾਂ ਗੱਲ ਉਹ ਹੁਣ ਤੁਹਾਡੇ ਤੇ ਹੈਗਾ, ਡਿਪੈਂਡ ਕਰਦਾ। ਫੰਡ ਸ਼ੋ ਕਰਨੇ ਤਾਂ ਜ਼ਰੂਰੀ ਹੈਗੇ, ਉਹ ਤੁਹਾਡੀ ਹੈਡੇਕ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਫਾਈਨਾਂਸ ਕਰਾਉਂਦੇ ਹੋ, ਕਿਤੋਂ ਅਰੇਂਜ ਕਰਾਉਂਦੇ ਹੋ ਆਪਣੇ। ਦੇਖੋ, ਇਹ ਕੋਈ ਜ਼ਰੂਰੀ ਨਹੀਂ ਹੈ ਕਿ ਫੰਡ ਬਹੁਤ ਜ਼ਿਆਦਾ ਪੁਰਾਣੇ ਹੋਣੇ ਚਾਹੀਦੇ, ਲੇਕਿਨ ਫੰਡ ਦਾ ਫੰਡਾ ਤਾਂ ਰਹੇਗਾ ਹੀ ਰਹੇਗਾ। ਤੁਸੀਂ 20,000 ਕਮਾ ਰਹੇ ਹੋ, 25,000 ਕਮਾ ਰਹੇ ਹੋ, ਲੇਕਿਨ ਤੁਸੀਂ ਜਸਟੀਫਾਈ ਕਿਸ ਤਰ੍ਹਾਂ ਕਰੋਗੇ ਕਿ ਉੱਥੇ ਮੇਰੀ ਜਿਹੜੀ ਸਟੇ ਹੋਣੀ ਹੈ, ਮੇਰੇ ਟਰੈਵਲਿੰਗ ਦੇ ਐਕਸਪੈਂਸ ਹੋਣੇ ਆ, ਆਖਿਰਕਾਰ ਐਸੀ ਕੰਟਰੀ ਦੇ ਵਿੱਚ ਜਾ ਰਹੇ ਹੋ ਜਿਹਦਾ ਅੱਜ ਡਾਲਰ ਦੀ ਕੀਮਤ 65-66 ਰੁਪਏ ਹੋਈ ਪਈ ਹੈ। ਸੋ ਫੰਡ ਦੀ ਤਾਂ ਪਰੇਸ਼ਾਨੀ ਰਹੇਗੀ। ਜੇ ਤੁਹਾਡੇ ਕੋਲ ਫੰਡਸ ਨਹੀਂ ਹੈਗੇ, ਬਿਲਕੁਲ ਵੀ ਅਰੇਂਜ ਵੀ ਨਹੀਂ ਕਰ ਸਕਦੇ, ਤੁਸੀਂ ਸੋਚੋ ਕਿ ਕੈਨੇਡਾ ਪਹੁੰਚ ਜਾਓਗੇ ਕੋਰੇ ਤੁਹਾਡੇ 25,000 ਦੇ ਲੈਟਰ ਦੇ ਨਾਲ, 25-30,000 ਦੇ ਲੈਟਰ ਦੇ ਨਾਲ, ਸੋ ਉਹ ਪੋਸੀਬਲ ਨਹੀਂ ਹੈਗੀ। ਹਾਂ, 25-30,000 ਦੀ ਸੈਲਰੀ ਐਕਸੈਪਟਡ ਜ਼ਰੂਰ ਹੈਗੀ, ਉਸ ਤੇ ਵੀਜ਼ਾ ਡੈਫੀਨੇਟਲੀ ਆ ਜਾਂਦਾ ਹੁੰਦਾ, ਲੇਕਿਨ ਫੰਡ ਤਾਂ ਜ਼ਰੂਰ ਚਾਹੀਦੇ ਹੋਣਗੇ, ਉਹਦਾ ਕੋਈ ਵੀ ਹੱਲ ਨਹੀਂ ਹੈਗਾ। ਰਾਈਟ, ਜਿੱਦਾਂ ਕੋਈ ਰਿਫਿਊਜ਼ ਕੇਸ ਆ ਕੈਨੇਡਾ ਤੋਂ ਹੀ, ਜਿੱਦਾਂ 2 ਵਾਰ ਰਿਫਿਊਜ਼ਡ ਆ ਗਿਆ, ਸਮ ਟਾਈਮ ਹੁੰਦਾ ਨਾ ਕਿ ਆਪਾਂ ਪਹਿਲਾਂ ਸਟੂਡੈਂਟ ਹੁੰਨੇ ਉਦੋਂ ਲਗਾ ਲੈਂਦੇ ਆ, ਫਿਰ ਪੀਆਰ ਲਗਾ ਲੈਂਦੇ ਆ, ਪੀਆਰ ਕਰਕੇ ਵੀ ਕਈ ਵਾਰ ਉਹ ਰਿਫਿਊਜ਼ ਪਾ ਦੇਣਗੇ, ਫਿਰ ਟੂਰਿਸਟ ਦਾ ਵੀ ਰਿਫਿਊਜ਼ ਆ ਜਾਊਗਾ, ਉਹਦੇ ਵੀ ਤੁਸੀਂ ਰਿਜ਼ਲਟ ਲੈ ਕੇ ਆਇਓ। ਜੀ ਬਿਲਕੁਲ। ਦੇਖੋ, ਜੇ ਪੀਆਰ ਦੀ ਤੁਹਾਡੀ ਰਿਫਿਊਜ਼ਲ ਆ ਗਈ, ਉਸ ਤੋਂ ਬਾਅਦ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਵਿਜ਼ਟਰ ਵੀਜ਼ਾ ਮਿਲ ਜਾਏਗਾ, ਇਹ ਚੀਜ਼ ਪੋਸੀਬਲ ਨਹੀਂ ਹੈ, ਕਿਉਂਕਿ ਤੁਹਾਡੀ ਇੰਟੈਂਸ਼ਨ ਸਾਫ਼ ਕਲੀਅਰ ਹੋ ਰਹੀ ਹੈ ਕਿ ਤੁਸੀਂ ਤਾਂ ਪੀਆਰ ਲਈ ਟਰਾਈ ਕਰ ਰਹੇ ਸੀਗੇ ਔਰ ਫਿਰ ਤੁਸੀਂ ਮੁੜ ਕੇ ਵਾਪਸ ਨਹੀਂ ਆਣਾ। ਸੋ ਇਹ ਛੋਟੀ ਗਲਤੀ, ਅੱਛਾ ਕੀਤਾ ਤੁਸੀਂ ਇਹ ਚੀਜ਼ ਪੁਆਇੰਟ ਆਊਟ ਕੀਤੀ ਹੈ। ਇਹ ਚੀਜ਼ ਵੀ ਜ਼ਰੂਰ ਸਾਡੇ ਦਿਮਾਗ ਦੇ ਵਿੱਚ ਰਹਿਣੀ ਚਾਹੀਦੀ ਹੈ। ਜੇ ਤੁਸੀਂ ਪੀਆਰ ਅਪਲਾਈ ਕਰਨਾ ਤਾਂ ਫਿਰ ਇਹ ਸੋਚੋ ਵੀ ਤੁਹਾਡੇ ਕੋਲ 1-2 ਆਪਸ਼ਨਸ ਜਿਹੜੀ ਹੈਗੀ ਬੰਦ ਹੋ ਸਕਦੀਆਂ। ਹਾਂ, ਜੇ ਤੁਸੀਂ ਸਟੱਡੀ ਵੀਜ਼ਾ ਤੇ 4 ਵਾਰ 5 ਵਾਰ ਵੀ ਰਿਫਿਊਜ਼ ਹੋਏ ਹੋ ਤਾਂ ਤੁਹਾਡੇ ਵਿਜ਼ਟਰ ਵੀਜ਼ਾ ਤੇ ਕੋਈ ਵੀ ਇਸ ਤਰ੍ਹਾਂ ਦਾ ਇਫੈਕਟ ਨਹੀਂ ਹੋ ਪਾਣਾ, ਜਾਂ ਫਿਰ ਤੁਸੀਂ ਵਿਜ਼ਟਰ ਵੀਜ਼ਾ ਤੇ ਰਿਫਿਊਜ਼, ਸਾਡੇ ਕੋਲ ਬਹੁਤ ਸਾਰੇ ਐਗਜ਼ਾਮਪਲ ਐਸੇ ਨੇ ਜਿਹਦੇ ਵਿੱਚ ਸਟੂਡੈਂਟ ਵਿਜ਼ਟਰ ਵੀਜ਼ਾ ਤੇ ਰਿਫਿਊਜ਼ ਸੀ ਔਰ ਸਟੱਡੀ ਵੀਜ਼ਾ ਉਹਨੂੰ ਈਜ਼ੀਲੀ ਮਿਲ ਗਿਆ, ਪ੍ਰੋਵਾਈਡਡ ਕਿ ਉਹਨੇ ਜਿਹੜੇ ਵੀ 6 ਬੈਂਡ ਵੀ ਲਿੱਤੇ ਹੋਏ ਸੀਗੇ ਔਰ +2 ਦੇ ਵਿੱਚ ਚੰਗਾ ਸਕੋਰ ਸੀ, ਗੈਪ ਘੱਟ ਸੀਗਾ। ਸੋ ਉਹ ਚੀਜ਼ ਪੋਸੀਬਲ ਹੋ ਸਕਦੀ ਹੈ। ਠੀਕ ਹੈ ਜੀ। ਤੇ ਹੁਣ ਥੋੜਾ ਪੀਟੀ ਦੇ ਵਾਪਸ ਆਨੇ ਆ, ਜਿੱਦਾਂ ਪੀਟੀ ਨੂੰ ਲੈ ਕੇ ਵੀ ਮੈਂ ਇਹ ਟੌਪਿਕ ਬਾਰ-ਬਾਰ ਇਸ ਲਈ ਛੇੜੀ ਕਿਉਂਕਿ ਅੱਜ ਕੱਲ ਲੋਕ ਬਹੁਤ ਜ਼ਿਆਦਾ ਪੀਟੀ ਵੱਲ ਨੂੰ ਰੁਕ ਕਰ ਰਹੇ ਨੇ, ਰਾਈਟ। ਜਦੋਂ ਤੋਂ ਐਸਡੀਐਸ ਕੈਟਾਗਰੀ ਹੁਣ ਆਈ ਹੈ ਉਸ ਤੋਂ ਬਾਅਦ ਤੇ ਲੋਕਾਂ ਦਾ ਵੈਸੇ ਵਿਸ਼ਵਾਸ ਪੀਟੀ ਥੋੜਾ ਈਜ਼ੀ ਹੁੰਦੀ ਹੈ, ਆਈ ਡੋਨਟ ਨੋ ਕੀ ਹੁੰਦਾ ਹੈ, ਤਾਂ ਲੇਕਿਨ ਪੀਟੀ ਕਰਦੇ ਨੇ। ਤੇ ਹੁਣ ਪੀਟੀ ਉੱਤੇ ਵੀ ਜਿਹੜੇ ਆਲਰੇਡੀ ਸਭ ਮੈਂ ਕਹਿੰਦੀ ਕਿ ਪਿੱਛੇ ਅਮਿਤ ਜੀ ਰਿਫਿਊਜ਼ਲ ਆ ਚੁੱਕੀ ਹੈ ਜਦੋਂ ਐਸਡੀਐਸ ਕੈਟਾਗਰੀ ਚ ਨਹੀਂ ਲੈ ਕੇ ਆਏ ਸੀ, ਤੇ ਹੁਣ ਉਹ ਉਸੇ ਰਿਜ਼ਲਟ ਉੱਤੇ ਦੁਬਾਰਾ ਵੀਜ਼ਾ ਲਗਾ ਸਕਦੇ, ਪੋਸੀਬਲ ਹੈਗਾ? ਬਿਲਕੁਲ ਲਗਾ ਸਕਦਾ, ਲੇਕਿਨ ਹਾਂ ਕੁਛ ਨਾ ਕੁਛ ਚੇਂਜਸ ਤਾਂ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਵਿੱਚ ਕਰਨੇ ਪੈਣੇ ਆ, ਚਾਹੇ ਫੰਡਸ ਨੂੰ ਲੈ ਕੇ ਆਏ, ਚਾਹੇ ਤੁਹਾਡੀ ਐਸਓਪੀ ਨੂੰ ਲੈ ਕੇ ਆਏ, ਚਾਹੇ ਪੀਟੀ
ਦੇ ਸਕੋਰ ਨੂੰ ਲੈ ਕੇ ਹੋਏ। ਤੁਸੀਂ ਪੀਟੀ ਕੀਤੀ ਸੀ, ਉਸ ਤੇ ਰਿਫਿਊਜ਼ ਆ ਗਿਆ, ਉਸ ਤੇ ਖਾਸ ਤੌਰ ਤੇ ਲਿਖਿਆ ਸੀ ਲੈਂਗੁਏਜਿਬਿਲਟੀ ਦਾ ਇਸ਼ੂ ਹੈਗਾ, ਤਾਂ ਤੁਸੀਂ ਆਪਣੇ ਪੀਟੀ ਸਕੋਰ ਨੂੰ ਇੰਪਰੂਵ ਕਰ ਲਓ, ਜਾਂ ਫਿਰ ਅਗਰ ਆਇਲਟਸ ਦਾ ਦੇ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈਗੀ ਹੈ। ਪੀਟੀ ਤੋਂ ਬਾਅਦ ਆਇਲਟਸ ਦੇ 6 ਬੈਂਡ ਆ ਜਾਂਦੇ ਤਾਂ ਤੁਹਾਨੂੰ ਬਹੁਤ ਵਧੀਆ ਚਾਂਸ ਬਣ ਜਾਏਗਾ, ਤੁਹਾਨੂੰ ਵੀਜ਼ਾ ਮਿਲ ਜੇ। ਲੇਕਿਨ ਇਹ ਨਹੀਂ ਹੈ ਕਿ ਪੀਟੀ ਤੇ ਤੁਹਾਡਾ ਰਿਫਿਊਜ਼ਲ ਆਇਆ ਸੀ ਤਾਂ ਤੁਹਾਡਾ ਅੱਗੇ ਕੋਈ ਚਾਂਸ ਨਹੀਂ ਬਣੇਗਾ। ਬਹੁਤ ਸਾਰੇ ਐਸੇ ਕੇਸਿਸ ਹੋਏ ਨੇ ਜਿਹਦੇ ਵਿੱਚ ਪੀਟੀ ਤੇ 2-2, 3-3 ਵਾਰ ਰਿਫਿਊਜ਼ਲ ਸੀਗੀਆਂ, ਉਸ ਤੋਂ ਬਾਅਦ ਵੀ ਸਟੂਡੈਂਟ ਨੂੰ ਜਿਹੜਾ ਵੀਜ਼ਾ ਮਿਲਿਆ ਹੈਗਾ। ਸੋ ਇਹ ਚੀਜ਼ ਸਾਨੂੰ ਸਮਝਣ ਦੀ ਲੋੜ ਹੈਗੀ ਹੈ ਕਿ ਅੱਜ ਐਮਬੈਸੀ ਰੈਡੀ ਹੈਗੀ ਹੈ ਤੁਹਾਨੂੰ ਵੀਜ਼ਾ ਦੇਣ ਲਈ। ਸਿਰਫ ਜਿਹੜੀ ਅਸੀਂ ਚੈੱਕ ਲਿਸਟ ਦੀ ਗੱਲ ਕਰਦੇ ਹਾਂ ਬਾਰ-ਬਾਰ ਸਟੂਡੈਂਟ ਦੀ, ਉਹ ਚੈੱਕ ਲਿਸਟ ਕੰਪਲੀਟ ਰੱਖੋ ਆਪਣੇ। ਇਹ ਚੀਜ਼ਾਂ ਤੁਹਾਡੀ ਅਪ ਟੂ ਡੇਟ ਹੋਣੀ ਚਾਹੀਦੀਆਂ ਨੇ, ਫਿਰ ਕਿਸੇ ਵੀ ਨਿਸ਼ਚਿੰਤ ਹੋ ਜਾਓ ਤੁਸੀਂ ਆਪਣੀ ਐਪਲੀਕੇਸ਼ਨ ਲਗਾਓ। ਔਰ ਅੱਜ ਪੀਟੀ ਦੀ ਜੇ ਗੱਲ ਕਰੀਏ, ਤੀਸਰੇ ਚੌਥੇ ਦਿਨ ਵੀ ਸਾਨੂੰ ਰਿਜ਼ਲਟ ਮਿਲ ਰਿਹਾ। ਜੇ ਐਸਡੀਐਸ ਕੈਟਾਗਰੀ ਦੀ ਗੱਲ ਕਰੀਏ, ਵਿਦਿਨ 15 ਡੇਜ਼ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਵੀਜ਼ਾ ਮਿਲ ਰਿਹਾ ਹੈਗਾ ਜੀ। ਮਤਲਬ ਜਲਦੀ ਰਿਜ਼ਲਟ ਆ ਜਾਂਦਾ ਜੀ, ਬਿਲਕੁਲ ਬਿਲਕੁਲ ਵੀਜ਼ਾ ਆ ਜਾਂਦਾ। ਓਕੇ, ਤੇ ਹੁਣ ਥੋੜਾ ਕੈਨੇਡਾ ਦੇ ਹਾਲਾਤਾਂ ਬਾਰੇ ਮੈਂ ਗੱਲਬਾਤ ਕਰਨਾ ਚਾਹਨੀ ਹਾਂ। ਤੁਹਾਡੇ ਬਹੁਤ ਸਾਰੇ ਸਟੂਡੈਂਟ ਉੱਥੇ ਪਹੁੰਚੇ ਆ ਜੋ ਅੱਛਾ ਕੰਮ ਵੀ ਕਰ ਰਹੇ, ਅੱਛੇ ਸੈਟਲ ਵੀ ਹੋਏ, ਲੇਕਿਨ ਜਿਹੜੇ ਸਟੂਡੈਂਟ ਹੈਗੇ ਆ ਜਿਨ੍ਹਾਂ ਦਾ ਕੁਝ ਨਹੀਂ ਹੋ ਪਾ ਰਿਹਾ, ਉੱਥੇ ਉਹ ਰਹਿ ਕੇ ਨਾ ਉਧਰ ਦੇ ਰਹੇ ਨਾ ਇੱਧਰ ਦੇ ਰਹੇ, ਨਾ ਵਿੱਚ ਵਿਚਾਲੇ ਫਸ ਕੇ ਨੇ, ਉਹਦਾ ਕਾਰਨ ਮੈਂ ਇੱਕ ਪੁੱਛਣਾ ਚਾਹਨੀ ਆ। ਤੇ ਇੱਕ ਦੂਜੇ ਸਵਾਲ ਤੇ ਹੈ, ਦੂਜਾ ਸਵਾਲ ਮੇਰਾ ਰਿਸੈਸ਼ਨ ਨੂੰ ਲੈ ਕੇ ਵੀ ਹੈਗਾ ਕਿ ਰਿਸੈਸ਼ਨ ਹੈ ਤਾਂ ਕੈਨੇਡਾ ਇਸ ਲਈ ਜ਼ਿਆਦਾ ਵੀਜ਼ਾ ਤੇ ਨਹੀਂ ਦੇ ਰਿਹਾ। ਜੀ ਨਹੀਂ, ਰਿਸੈਸ਼ਨ ਦੀ ਗੱਲ ਨਹੀਂ ਹੈ। ਗੱਲ ਇਹ ਹੈਗੀ ਹੈ ਕਿ ਅੱਜ ਉਹਨਾਂ ਨੂੰ ਪੋਪੂਲੇਸ਼ਨ ਚਾਹੀਦੀ ਹੈਗੀ ਹੈ, ਚਾਹੇ ਰਿਸੈਸ਼ਨ ਹੋਏ, ਜੋ ਰਿਸੈਸ਼ਨ ਨਹੀਂ ਸੀ ਤਾਂ ਵੀ ਵੀਜ਼ਾਸ ਕਿੰਨੀ ਵੱਡੀ ਕੁਆਂਟੀਟੀ ਦੇ ਵਿੱਚ ਆ ਰਹੇ ਸੀਗੇ। ਬਟ ਇਹ ਟੈਂਪਰੇਰੀ ਫੇਸ ਹੈਗਾ। ਰਿਸੈਸ਼ਨ ਤਾਂ ਉੱਥੇ ਘਟ ਗਈ, 8% ਤੋਂ 2% ਆ ਗਈ ਹੈ। ਸੋ ਇਹਨੂੰ ਇਸ ਚੀਜ਼ ਨੂੰ ਇੰਨਾ ਜ਼ਿਆਦਾ ਹਾਈਪ ਦੇਣਾ ਠੀਕ ਨਹੀਂ ਹੈਗਾ। ਅੱਜ ਅਗਰ ਸਟੂਡੈਂਟ ਨੂੰ ਅੱਜ ਕੰਮ ਨਹੀਂ ਮਿਲ ਰਿਹਾ ਤਾਂ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਸੈਟਲ ਹੋਣਗੇ। ਬਹੁਤ ਸਾਰੇ ਸਟੂਡੈਂਟ ਐਸੇ ਮੈਂ ਦੇਖੇ ਨੇ, ਆਪਣੀ ਅੱਖਾਂ ਦੇ ਨਾਲ ਐਕਸਪੀਰੀਅੰਸ ਵੀ ਇਹ ਚੀਜ਼ ਕੀਤਾ ਕਿ ਸਟੂਡੈਂਟ ਜਦੋਂ ਨਵਾਂ ਪਹੁੰਚਿਆ 1-2 ਮਹੀਨੇ ਖੱਜਲ ਖਵਾਰ ਹੋਇਆ, ਨਹੀਂ ਕੰਮ ਮਿਲ ਰਿਹਾ ਸੀ, ਇਵਨ ਕਿ ਵਿਜ਼ਟਰ ਵੀਜ਼ਾ ਵਾਲੇ ਨੂੰ ਵੀ ਉਹਨਾਂ ਕੰਮ ਨਹੀਂ ਮਿਲ ਰਿਹਾ ਸੀ। ਬਟ ਜਿਸ ਤਰ੍ਹਾਂ ਟਾਈਮ ਨਿਕਲਦਾ ਗਿਆ, 2-4 ਮਹੀਨੇ ਨਿਕਲਦੇ ਗਏ, ਆਪਣੇ ਆਪ ਰਾਹ ਪਤਾ ਚੱਲ ਜਾਂਦੀ। ਹੁਣ ਜਾਂਦੇ ਹੀ ਤੁਸੀਂ ਇੰਨੀ ਅਲੱਗ ਕੰਟਰੀ ਦੇ ਵਿੱਚ ਜਾ ਰਹੇ ਹੋ, ਤੁਹਾਨੂੰ ਇੰਨੇ ਰੂਲ ਰੈਗੂਲੇਸ਼ਨ ਜਾਂ ਫਿਰ ਜੌਬ ਸਰਚ ਕਰਨ ਦੇ ਵਿੱਚ ਟਾਈਮ ਲੱਗ ਜਾਂਦਾ। ਅੱਜ ਅਸੀਂ ਇੱਥੋਂ ਦਿੱਲੀ ਜਾਂ ਗੁੜਗਾਉਂ ਜਾ ਕੇ ਹੀ ਇਹ ਜੌਬ ਲੱਭਣ ਲੱਗ ਜਾਈਏ ਤਾਂ ਵੀ ਸਾਨੂੰ ਸਮਾਂ ਲੱਗ ਜਾਏਗਾ। ਸੋ ਉਹ ਤਾਂ ਕੈਨੇਡਾ ਹੈਗਾ। ਸੋ ਇੰਨੇ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਔਰ ਇਹ ਸਾਰੀ ਨੈਗੇਟਿਵਿਟੀ ਦੇਖਣਾ ਤੁਸੀਂ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਬਿਲਕੁਲ ਖਤਮ ਹੋ ਜਾਏਗੀ ਔਰ ਬਹੁਤ ਵਧੀਆ ਕੰਮ ਜਿਹੜਾ ਹੈਗਾ ਸਟੂਡੈਂਟਸ ਨੂੰ ਮਿਲਣਾ ਸ਼ੁਰੂ ਹੋ ਜਾਏਗਾ। ਮੈਨੂੰ ਕਈ ਵਾਰ ਲੱਗਦਾ ਹੈ ਉਹੀ ਗੱਲ ਹੁੰਦੀ ਹੈ, ਜੋ ਉੱਥੇ ਪਹੁੰਚ ਜਾਂਦੇ ਨੇ, ਸੈਟਲ ਹੋ ਜਾਂਦੇ, ਉਹੀ ਫਿਰ ਸਲਾਹਾਂ ਦਿੰਦੇ ਇੱਥੇ ਨਾ ਹੋਏ ਤੇ ਕੁਝ ਨਹੀਂ ਹੋ ਸਕਦਾ। ਜੀ ਬਿਲਕੁਲ, ਉਹ ਨੈਗੇਟਿਵਿਟੀ ਵਿੱਚ ਨਹੀਂ, ਕਿਉਂਕਿ ਅੱਜ ਜੈਲਸੀ ਦਾ ਦੌਰ ਹੈ। ਹਰ ਕੋਈ ਉੱਥੇ ਜਿਹੜਾ ਪਹੁੰਚ ਜਾਂਦਾ, ਅੱਜ ਅਸੀਂ ਇੱਥੇ ਜੋ ਮਰਜ਼ੀ ਗੱਲਾਂ ਕਰਦੇ ਰਹੇ, ਜਿਹੜਾ ਬੰਦਾ ਇੱਕ ਵਾਰ ਪਹੁੰਚ ਜਾਂਦਾ ਕਦੇ ਵੀ ਨਹੀਂ ਚਾਹੁੰਦਾ ਕਿ ਹੋਰ ਕੋਈ ਬੰਦਾ ਇੱਥੇ ਆਏ ਔਰ ਸਾਡੇ ਜਿਹੜੇ ਹੈਗੇ ਰਿਸੋਰਸ ਨੂੰ ਯੂਜ਼ ਕਰੇ। ਸੋ ਇਹ ਚੀਜ਼ ਮੈਨੂੰ ਲੱਗਦਾ ਗਲਤ ਹੈਗੀ ਹੈ। ਜੇ ਅੱਜ ਕੈਨੇਡਾ ਖੁਦ ਸੱਦਾ ਦੇ ਰਿਹਾ, ਉਹ ਸੱਦਾ ਰੁਕਣ ਵਾਲਾ ਨਹੀਂ ਹੈਗਾ। ਉਸ ਚੀਜ਼ ਤੋਂ ਬੇਫਿਕਰ ਹੋ ਜਾਓ ਤੁਸੀਂ। ਸਿਰਫ ਇੱਕੋ ਹੀ ਤਰੀਕਾ ਹੈਗਾ ਲੋਕਾਂ ਨੂੰ ਰੋਕਣ ਦਾ ਕਿ ਨੈਗੇਟਿਵਿਟੀ ਫੈਲਾਓ ਲਗਾਤਾਰ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈ ਜਿਸ ਤੇ ਇੱਕ ਨਿਊਜ਼ ਬਣਦੀ ਹੈ। ਤੁਸੀਂ ਦੇਖਿਆ ਹੋਣਾ ਅੱਜ ਗੁਰਦੁਆਰੇ ਵਾਲੀ ਜਿਹੜੀ ਚੱਲ ਰਹੀ ਸੀਗੀ, ਕਿੰਨੀ ਨੈਗੇਟਿਵਿਟੀ ਉਹਦੇ ਨਾਲ ਫੈਲੀ, ਜਦ ਕਿ ਗੁਰਦੁਆਰੇ ਹਮੇਸ਼ਾ ਹਰ ਕਿਸੇ ਦੀ ਹੈਲਪ ਦੇ ਲਈ ਖੜੇ ਰਹਿੰਦੇ ਨੇ। ਸੋ ਉਹਦੇ ਲਈ ਵੀ ਨੈਗੇਟਿਵਿਟੀ ਆ ਗਈ ਤਾਂ ਇਹ ਤਾਂ ਬਿਲਕੁਲ ਹੀ ਛੋਟੀ ਜੀ ਚੀਜ਼ ਹੈਗੀ ਹੈ। ਰਾਈਟ, ਕਿ ਜਦੋਂ ਇੱਕ ਛੋਟੀ ਜਿਹੀ ਚੀਜ਼ ਹੋ ਜਾਂਦੀ ਹੈ ਤੇ ਲੋਕ ਗੱਲਾਂ ਕਰਨ ਲੱਗ ਪੈਂਦੇ। ਲੇਕਿਨ ਕੈਨੇਡਾ ਬਹੁਤ ਵੱਡਾ ਹੈ ਤੇ ਲੇਕਿਨ ਉਹਦੀ ਜਿਹੜੀ ਪੋਪੂਲੇਸ਼ਨ ਹੈ ਉਹ ਵਧਾਉਣਾ ਚਾਹੁੰਦਾ ਹੈ, ਹਜੇ ਬੁਲਾ ਰਿਹਾ, ਚੀਕਾਂ ਮਾਰ ਕੇ ਹੁਣ ਕੈਨੇਡਾ ਬੁਲਾ ਰਿਹਾ। ਇਹ ਚਾਂਸ ਕਹਿ ਸਕਦੇ ਹਾਂ ਕਿ ਕਈ ਵਾਰ ਚਾਂਸ ਬਹੁਤ ਜ਼ਿਆਦਾ ਹੁੰਦੇ, ਕਈ ਵਾਰ ਘੱਟ ਹੁੰਦੇ। ਜੋ ਚਾਂਸ ਇਸ ਵਾਰ ਵਧੇ ਹੋਏ ਨੇ, ਕੈਨੇਡਾ ਹੁਣ ਬੁਲਾ ਹੀ ਰਿਹਾ ਤੇ ਜਾਣਾ ਲਾਜ਼ਮੀ ਹੈ। ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦੀ ਹਾਂ ਕਿ ਵੀਬੀ ਵੀਜ਼ਾ ਕੰਸਲਟੈਂਟ ਹੋਰ ਕਿਹੜੇ ਕੰਟਰੀਜ਼ 'ਚ ਡੀਲ ਕਰਦਾ ਹੈ? ਜੀ ਤਕਰੀਬਨ ਸਾਰੇ ਹੀ ਕੰਟਰੀਜ਼ ਦੇ ਵਿੱਚ ਡੀਲ ਕਰਦਾ। ਕਿਉਂਕਿ ਸਾਡਾ ਤਾਂ ਫਰਜ਼ ਹੈਗਾ ਸਰਵਿਸਿਜ਼ ਦੇਣਾ, ਚਾਹੇ ਕੈਨੇਡਾ ਹੋਏ, ਚਾਹੇ ਯੂਰਪ ਹੋਏ, ਚਾਹੇ ਕੋਈ ਵੀ ਕੰਟਰੀ ਹੋਏ। ਫਾਈਲਿੰਗ ਦਾ ਪੈਟਰਨ ਸੇਮ ਹੀ ਰਹਿੰਦਾ ਹੈਗਾ, ਫਾਈਲਿੰਗ ਦਾ ਪੈਟਰਨ ਚੇਂਜ ਨਹੀਂ ਹੁੰਦਾ। ਹਾਂ, ਕੈਨੇਡਾ ਦੇ ਨਾਲ ਇੰਨੀ ਵਧੀਆ ਤਰੀਕੇ ਨਾਲ ਜੁੜੇ ਪੁਰਾਣੇ ਜੁੜੇ ਔਰ ਫਾਈਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਵਿੱਚ ਸਾਡੀ ਡੀਪ ਨੌਲੇਜ ਜਿਹਨੂੰ ਕਹਿੰਦੇ ਹੋ ਗਈ ਹੈ। ਇੰਗਲੈਂਡ ਦਾ ਵੀ ਕੰਮ ਬਹੁਤ ਕੀਤਾ ਹੈਗਾ, USA ਦਾ ਵੀ ਕੰਮ ਬਹੁਤ ਕੀਤਾ। ਲੇਕਿਨ ਅੱਜ ਜੇ ਮੈਂ ਖਾਸ ਕਰ ਸਪੈਸੀਫਿਕਲੀ ਸਟੂਡੈਂਟ ਲਈ ਗੱਲ ਕਰਾਂ ਤਾਂ ਦੇਖੋ ਆਸਟ੍ਰੇਲੀਆ ਦੇ ਵਿੱਚ ਉਹਦੀ ਐਲੀਜੀਬਿਲਟੀ ਇਸ ਕਰਕੇ ਨਹੀਂ ਬਣਦੀ ਕਿਉਂਕਿ ਇੱਕ ਤਾਂ ਗੈਪ ਐਕਸੈਪਟਡ ਨਹੀਂ ਹੈਗਾ, ਦੂਸਰਾ ਫੰਡਸ ਬਹੁਤ ਜ਼ਿਆਦਾ ਚਾਹੀਦੇ ਹੁੰਦੇ ਨੇ। ਸੋ ਉਹ ਚੀਜ਼ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਲਈ ਪੋਸੀਬਲ ਨਹੀਂ ਹੋ ਪਾਉਂਦੀ। UK ਦੀ ਗੱਲ ਕਰਾਂ, UK ਦੇ ਵਿੱਚ ਵੀ ਇਹੀ ਸਮੱਸਿਆ ਆਉਂਦੀ ਕਿ ਉੱਥੇ ਪਰਮਾਨੈਂਟ ਰੈਜ਼ੀਡੈਂਸੀ ਤੁਹਾਨੂੰ ਨਹੀਂ ਮਿਲਦੀ ਔਰ ਫਿਰ ਫੰਡਸ ਦਾ ਵੀ ਫੰਡਾ ਉਹਦੇ ਵਿੱਚ ਜ਼ਿਆਦਾ ਰਹਿੰਦਾ। ਕੈਨੇਡਾ ਇੱਕ ਐਸੀ ਕੰਟਰੀ ਜਿਹਦੇ ਵਿੱਚ ਤੁਸੀਂ ਸਿਰਫ GIC ਔਰ ਬਿਲਕੁਲ ਵੀ ਪੁਰਾਣੇ ਫੰਡ ਤੁਹਾਡੇ ਇੱਕ ਦਿਨ ਪੁਰਾਣੇ ਵੀ ਹੋਣ ਤਾਂ ਵੀ ਤੁਹਾਨੂੰ ਜਿਹੜਾ ਹੈਗਾ ਵੀਜ਼ਾ ਮਿਲਦਾ, ਉਸ ਤੋਂ ਬਾਅਦ PR ਮਿਲਦਾ। ਸੋ ਸਾਡਾ ਤਾਂ ਕਰਕੇ ਜ਼ਿਆਦਾ ਫੋਕਸ ਜਿਹੜਾ ਹੈਗਾ ਕੈਨੇਡਾ ਤੇ ਰਹਿੰਦਾ। ਬਾਕੀ ਕੰਟਰੀਜ਼ ਸਾਰੀਆਂ ਦੀ ਸਾਰੀਆਂ ਤੁਹਾਡੇ ਲਈ ਓਪਨ ਹੈਗੀਆਂ ਨੇ। ਅੱਜ ਦੇ ਸਮੇਂ ਦੇ ਵਿੱਚ ਇੰਡੀਅਨ ਸਟੂਡੈਂਟ ਨੂੰ ਕਿਸੇ ਵੀ ਕੰਟਰੀ ਦੇ ਵਿੱਚ ਈਜ਼ੀਲੀ ਵੀਜ਼ਾ ਮਿਲ ਜਾਂਦਾ। ਰਾਈਟ, ਤੇ ਇੰਡੀਅਨ ਦੀ ਡਿਮਾਂਡਸ ਹੀ ਇੰਨੀ ਹੈ ਕਿਉਂਕਿ ਉਹਨਾਂ 'ਚ ਜੋ ਦਿਮਾਗ ਹੈ ਉੱਥੇ ਜਾ ਕੇ ਉਹ ਵਰਤ ਲੈਂਦੇ ਨੇ। ਤੇ ਠੀਕ ਹੈ, ਮੈਂ ਹੋਰ ਗੱਲਬਾਤ ਕਰਨਾ ਚਾਹੁੰਦੀ ਹਾਂ ਕੈਨੇਡਾ ਦੇ ਉੱਤੇ। ਜਿਵੇਂ ਅੱਜ ਕੱਲ੍ਹ ਬਹੁਤ ਲੋਕ ਸਪਾਊਸ ਵੀਜ਼ਾ ਲਈ ਵੀ ਜਾਂਦੇ ਆ ਤੇ ਕਈ ਲੋਕ ਚਾਹੁੰਦੇ ਸਾਨੂੰ ਇੱਕ ਦਿਨ ਦੇ ਅੰਦਰ ਹੀ ਉਡਾ ਦਿਓ, ਮਤਲਬ ਕਿ ਇੱਕੋ ਫਲਾਈਟ 'ਚ ਜਾਈਏ ਅਸੀਂ ਇਕੱਠੇ, ਅਸੀਂ ਵੇਟ ਨਹੀਂ ਕਰਨਾ 8-8 ਮਹੀਨੇ। ਤੇ ਉਹ ਵੀ ਪੋਸੀਬਲ ਹੈਗਾ ਜੀ, ਅੱਜ ਦੇ ਸਮੇਂ ਦੇ ਵਿੱਚ ਉਹ ਵੀ ਪੋਸੀਬਲ ਹੈਗਾ।
ਅੱਜ ਤੁਸੀਂ ਆਪਣੀ ਫਾਈਲ ਦੇ ਨਾਲ ਸਪਾਊਸ ਦੀ ਫਾਈਲ ਵੀ ਲਗਾ ਸਕਦੇ ਹੋ। ਪਹਿਲਾਂ ਹਾਲਾਂਕਿ ਇਸ ਤਰ੍ਹਾਂ ਨਹੀਂ ਹੋ ਰਿਹਾ ਸੀ, ਔਰ ਸਕਸੈਸ ਰੇਟ ਵੀ ਅੱਜ ਕੱਲ ਸਪਾਊਸ ਦਾ ਜੇ ਮੈਂ ਕਹਾਂ 100% ਚੱਲ ਰਿਹਾ। ਜੇ ਤੁਹਾਡੇ ਸਪਾਊਸ ਦਾ ਵੀਜ਼ਾ ਲੱਗ ਗਿਆ, ਤੁਹਾਡਾ ਵੀਜ਼ਾ ਲੱਗਣਾ ਲਾਜ਼ਮੀ ਹੈਗਾ। ਸੋ ਅੱਜ ਇਹ ਵੀ ਇੱਕ ਬੈਨੀਫਿਟ ਜਿਹੜਾ ਹੈਗਾ, ਮੈਨੂੰ ਲੱਗਦਾ ਕਿ ਇਸ ਬੈਨੀਫਿਟ ਦਾ ਵੀ ਲੁਤਫ ਉਠਾਉਣਾ ਚਾਹੀਦਾ ਜ਼ਰੂਰ। ਰਾਈਟ, ਠੀਕ ਹੈ। ਤੇ ਇੱਕੋ ਦਿਨ ਮਤਲਬ ਉਡਾਈ ਬਿਲਕੁਲ ਇਕੱਠੇ ਜਾ ਸਕਦੇ ਹਾਂ। ਰਾਈਟ, ਠੀਕ ਹੈ। ਤੇ ਇਹ ਚੀਜ਼ਾਂ ਵੀ ਤੁਹਾਨੂੰ ਮੈਂ ਕਲੀਅਰ ਕਰ ਦਿੰਨੀ ਆ ਕਿ ਅਗਰ ਤੁਸੀਂ ਏਜ ਸੋਚ ਰਹੇ ਹੋ ਕਿ ਤੁਹਾਡੀ ਏਜ ਕਿੰਨੀ ਹੋਣੀ ਚਾਹੀਦੀ ਸਟੱਡੀ ਲਈ, ਤੇ ਜਿਵੇਂ ਕਿ ਸਰ ਨੇ ਕਿਹਾ ਕਿ ਅਗਰ ਟੂਰਿਸਟ ਵੀਜ਼ਾ ਦੀ ਕੋਈ ਏਜ ਨਹੀਂ ਹੈਗੀ ਤੇ ਸਟੱਡੀ ਵੀਜ਼ਾ ਦੀ ਕਿੱਦਾਂ ਹੋ ਸਕਦੀ ਹੈ, ਤਾਂ ਵੀ ਆਪਾਂ ਲੈ ਕੇ ਚੱਲਦੇ ਹਾਂ ਕਿ 10 ਸਾਲ ਹੋ ਗਏ, 12 ਸਾਲ ਹੋ ਗਏ ਪੜ੍ਹਾਈ ਕੀਤੇ, ਲੇਕਿਨ ਐਕਸਪੀਰੀਅੰਸ ਹੈ ਜਿਹੜਾ ਜਸਟੀਫਾਈ ਹੈਗਾ ਹੈ, ਤੇ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਚਾਂਸਸ ਹੈਗੇ। ਜੇ ਮੈਂ ਤੁਹਾਨੂੰ ਦੱਸਿਆ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਇਹ ਚੀਜ਼ ਲਾਗੂ ਹੁੰਦੀ। ਜੇ ਤੁਸੀਂ ਸਿਰਫ 12ਵੀਂ ਕੀਤੀ ਹੋਈ ਹੈ ਔਰ ਉਸ ਤੋਂ ਬਾਅਦ ਸੋਚ ਰਹੇ ਹੋ ਕਿ ਇੰਨੇ ਵੱਡੇ ਗੈਪ ਦੇ ਨਾਲ ਤੁਹਾਨੂੰ ਵੀਜ਼ਾ ਮਿਲ ਜਾਏਗਾ, ਉਹ ਅਸੀਂ ਨਹੀਂ ਗਾਈਡ ਕਰਦੇ। ਹੋ ਸਕਦਾ ਕੋਈ ਚਾਂਸ ਬਣ ਵੀ ਜਾਏ, ਬਟ ਅਸੀਂ ਉਹ ਚੀਜ਼ ਐਕਸੈਪਟ ਨਹੀਂ ਕਰਾਂਗੇ। ਹਾਂ, ਤੁਸੀਂ ਗ੍ਰੈਜੂਏਸ਼ਨ ਕੀਤੀ ਹੈਗੀ ਹੈ, ਤੁਹਾਡੇ ਕੋਲ ਜੌਬ ਦਾ ਐਕਸਪੀਰੀਅੰਸ ਹੈਗਾ, ਤਾਂ ਫਿਰ ਡੈਫੀਨਿਟਲੀ ਤੁਹਾਡੇ ਬਹੁਤ ਵਧੀਆ ਚਾਂਸਸ ਅੱਜ ਦੇ ਸਮੇਂ ਦੇ ਵਿੱਚ ਬਣ ਰਹੇ ਨੇ ਕਿ ਕੈਨੇਡਾ ਤੁਹਾਨੂੰ ਵੀਜ਼ਾ ਦੇ ਦੇ। ਇੱਕ ਅਮਿਤ ਜੀ, ਸਾਡੇ ਨਾ 4 ਸਟਰੀਮਸ ਆ, ਕਮਰਸ, ਮੈਡੀਕਲ, ਨਾਨ ਮੈਡੀਕਲ ਤੇ ਆਰਟਸ। ਜੀ ਬਿਲਕੁਲ। ਤੇ ਸਮ ਟਾਈਮ ਆਪਾਂ ਪ੍ਰੈਸ਼ਰ ਚ ਆ ਕੇ ਨਾਨ ਮੈਡੀਕਲ ਮੈਡੀਕਲ ਰੱਖ ਲੈਨੇ, ਜਾਂ ਤੁਸੀਂ ਕਹਿ ਲਓ ਕਿ ਬਹੁਤ ਮੁਲਾਇਮ ਚੀਜ਼ ਆ ਤੇ ਅਸੀਂ ਆਰਟਸ ਜਾਂ ਕਮਰਸ ਰੱਖ ਲੈਨੇ ਆ ਕਿ ਚਲੋ ਅਸੀਂ ਤਾਂ ਬਾਹਰ ਹੀ ਜਾਣਾ ਵਾ। ਦੋਨੋਂ ਕੇਸਸ ਦੀ ਗੱਲਬਾਤ ਕਰਦੀ ਹੈ। ਦੋਨੋਂ ਕੇਸਸ ਦੇ ਵਿੱਚ ਅਗਰ ਕਮਰਸ ਵਾਲੇ ਬੱਚੇ ਨੇ ਉੱਥੇ ਜਾ ਕੇ ਹੈਲਥ ਕੇਅਰ ਪੜ੍ਹਨੀ ਆ ਤੇ ਕੋਰਸ ਲੈਣਾ ਵਾ ਉੱਥੇ ਬੈਚਲਰ ਡਿਗਰੀ ਦੇ ਵਿੱਚ, ਇਜ਼ ਇਟ ਪੋਸੀਬਲ ਕਿ ਉਹ ਚੇਂਜ ਇਦਾਂ ਕਰ ਸਕਦਾ ਵਾ? ਨਹੀਂ, ਦੇਖੋ, ਜਦ ਤੱਕ ਤੁਹਾਡੀ ਐਲੀਜੀਬਿਲਟੀ ਨਹੀਂ ਬਣੇਗੀ ਤਦ ਤੱਕ ਤਾਂ ਤੁਸੀਂ ਕੋਰਸ ਚੇਂਜ ਨਹੀਂ ਕਰ ਸਕਦੇ। ਜਿਸ ਚੀਜ਼ ਦੇ ਸਬਜੈਕਟ ਦੀ ਰਿਕੁਆਇਰਮੈਂਟ ਰਹੇਗੀ ਤਾਂ ਹੀ ਤੁਸੀਂ ਚੇਂਜ ਕਰ ਸਕਦੇ। ਹਾਂ, ਇਹ ਗੱਲ ਤੁਹਾਡੀ ਸਹੀ ਹੈ ਕਿ ਬਹੁਤ ਸਾਰੇ ਕੋਰਸਿਸ ਐਸੇ ਹੈਗੇ ਨੇ ਜਿਹੜੇ ਕਿ ਆਰਟਸ ਵਾਲਾ ਵੀ ਕਰ ਸਕਦਾ, ਮੈਡੀਕਲ ਵਾਲਾ ਵੀ ਕਰ ਸਕਦਾ, ਕਾਮਰਸ ਵਾਲੇ ਵੀ ਕਰ ਸਕਦਾ। ਸੋ ਤੁਹਾਨੂੰ ਪਹਿਲੇ ਪ੍ਰੀ ਡਿਸਾਈਡਡ ਹੋਣਾ ਚਾਹੀਦਾ। ਬਟ ਜਦ ਤੱਕ ਤੁਹਾਡੇ ਜਿਹੜਾ ਹੈਗਾ ਸਬਜੈਕਟ ਮੈਚ ਨਹੀਂ ਕਰਦੇ ਤਦ ਤੱਕ ਤੁਸੀਂ ਆਪਣੇ ਕੋਰਸਿਸ ਜਿਹੜੇ ਚੇਂਜ ਨਹੀਂ ਕਰ ਸਕਦੇ। ਇਜ਼ ਇਟ ਨਾਟ ਪੋਸੀਬਲ? ਹੀ ਹੈ ਨਹੀਂ, ਉਹ ਚੀਜ਼ ਪੋਸੀਬਲ ਨਹੀਂ ਹੈ। ਠੀਕ ਹੈ, ਤੇ ਠੀਕ ਹੈ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ ਫॉर ਕਮਿੰਗ ਐਂਡ ਥੈਂਕ ਯੂ ਸੋ ਮਚ। ਹਮੇਸ਼ਾ ਦੀ ਤਰ੍ਹਾਂ ਅਸੀਂ ਵੇਟ ਕਰ ਰਹੇ ਸੀ ਕਿ ਅੱਜ ਵੀ ਬਹੁਤ ਸਾਰੇ ਪਾਸਪੋਰਟਸ ਆਣਗੇ, ਲੇਕਿਨ ਮੈਨੂੰ ਪਤਾ ਕਿ ਦੋ ਤਿੰਨ ਆ ਹੀ ਰਹੇ ਹੈ ਨਾ। ਰਾਈਟ, ਸੋ ਆਡੀਅנס ਜੋ ਸਾਡੇ ਨਾਲ ਜੁੜੀ, ਥੈਂਕ ਯੂ ਸੋ ਮਚ। ਐਂਡ ਸਰ ਥੋੜੀ ਨੌਲੇਜ ਦਿੱਤੀ, ਬਹੁਤ ਅੱਛਾ ਲੱਗਾ ਸਾਨੂੰ। ਸੋ ਯੈਸ, ਜਿਹੜੇ ਤੁਸੀਂ, ਮੈਂ ਪਾਸਪੋਰਟ ਦੀ ਗੱਲ ਕਰ ਰਹੀ ਹਾਂ, ਪਿਛਲੇ ਸਾਰੇ ਸ਼ੋਅ ਜਾ ਕੇ ਤੁਸੀਂ ਦੇਖ ਸਕਦੇ ਹੋ, ਜਾਂ ਵੀਬੀ ਵੀਜ਼ਾ ਕੰਸਲਟੈਂਟ ਦੇ ਤੁਸੀਂ ਫੇਸਬੁੱਕ ਜਾਂ YouTube ਜਾਂ ਇੰਸਟਾਗ੍ਰਾਮ ਤੇ ਜਾ ਕੇ ਦੇਖ ਸਕਦੇ ਹੋ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੇ ਪਾਸਪੋਰਟ ਦੀ ਅਸੀਂ ਗੱਲਬਾਤ ਕਰਦੇ ਹਾਂ, ਤੇ ਹਰ ਦਿਨ ਕੋਈ ਨਾ ਕੋਈ ਪਾਸਪੋਰਟ ਆਉਂਦਾ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਸਿਰਫ ਗੱਲਾਂ ਤੇ ਵਿਸ਼ਵਾਸ ਨਾ ਕਰੋ, ਜਾ ਕੇ ਉੱਥੇ ਦੇਖੋ, ਰਿਜ਼ਲਟ ਪਤਾ ਲੱਗੇਗਾ। ਟਿਲ ਦੈਨ ਦੇਖਦੇ ਰਹੋ ਵੀਜ਼ਾ ਲਾਈਵ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।